ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਹਮ ਹਿੰਦੂ ਨਹੀਂ ਪੁਸਤਕ ਕਾਫੀ ਸਮੇਂ ਤੋਂ ਸ਼ੁਰੂ ਕੀਤੀ ਹੋਈ ਹੈ ਜੀ, ਜਿਹੜੀ ਕਿ ਭਾਈ ਕਾਹਨ ਸਿੰਘ ਨਾਭਾ ਹੁਣਾਂ ਨੇ ਲਿਖੀ ਸੀਗੀ। ਇਹਦੇ ਵਿੱਚ ਬਹੁਤ ਤਰ੍ਹਾਂ ਦੇ ਚੈਪਟਰਸ ਆ ਜਿਹੜੇ ਵੱਖ-ਵੱਖ ਵਿਸ਼ਿਆਂ ਤੇ ਗੱਲ ਕਰਦੇ ਆ ਕਿ ਸਿੱਖ ਵੇਦਾਂ ਸ਼ਾਸਤਰਾਂ ਨੂੰ ਮੰਨਦੇ ਆ ਕਿ ਨਹੀਂ, ਸਿੱਖ ਜਾਤ ਪਾਤ ਨੂੰ ਮੰਨਦੇ ਆ ਕਿ ਨਹੀਂ, ਸਿੱਖ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਆ ਕਿ ਨਹੀਂ, ਸਿੱਖ ਮੂਰਤੀਆਂ ਦੀ ਪੂਜਾ ਕਰਦੇ ਆ ਕਿ ਨਹੀਂ। ਕਾਫੀ ਅਲੱਗ-ਅਲੱਗ ਵਿਸ਼ਿਆਂ ਤੇ ਚਰਚਾ ਕੀਤੀ ਹੋਈ ਹੈ ਇਸ ਕਿਤਾਬ ਦੇ ਵਿੱਚ, ਤੇ ਇਹ ਦਰਸਾਇਆ ਗਿਆ ਵਾ ਕਿ ਜਿਹੜੇ ਸਿੱਖ ਆ ਉਹ ਹਿੰਦੂ ਨਹੀਂ ਗੇ, ਕਿਉਂਕਿ ਜਦੋਂ ਆਪਾਂ ਕਿਸੇ ਧਰਮ ਦੀ ਗੱਲ ਕਰਦੇ ਆ, ਉਹ ਧਰਮ ਦੇ ਵਿੱਚ ਜੰਮਣ ਨਾਲ ਹੀ ਤੁਸੀਂ ਧਰਮ ਵਾਲੇ ਨਹੀਂ ਬਣ ਜਾਂਦੇ। ਜੇ ਤੁਸੀਂ ਉਹ ਧਰਮ ਨੂੰ ਕਮਾਉਂਦੇ ਨਹੀਂ, ਜੇ ਧਰਮ ਤੇ ਦਿੱਤੇ ਹੋਏ ਰਸਤੇ ਤੇ ਤੁਸੀਂ ਚੱਲਦੇ ਨਹੀਂ ਗੇ, ਤਾਂ ਤੁਸੀਂ ਉਸ ਧਰਮ ਦਾ ਆਪਣੇ ਆਪ ਨੂੰ ਅੰਗ ਨਹੀਂ ਕਹਾ ਸਕਦੇ। ਜਿਹੜੇ ਹਿੰਦੂ ਧਰਮ ਦੇ ਮੁੱਢਲੇ ਨਿਯਮ ਆ, ਜਿਹੜੇ ਵੇਦਾਂ ਸ਼ਾਸਤਰਾਂ ਸਿਮਰਤੀਆਂ ਦੇ ਵਿੱਚ ਲਿਖੇ ਗਏ ਆ, ਜੇ ਸਿੱਖ ਉਹਨਾਂ ਨੂੰ ਨਹੀਂ ਮੰਨਦੇ ਤਾਂ ਫਿਰ ਸਿੱਖ ਹਿੰਦੂ ਨਹੀਂ ਹੋ ਸਕਦੇ। ਇਸ ਕਿਤਾਬ ਦਾ ਇਹ ਮਨੋਰਥ ਆ ਪੂਰਾ ਕਿ ਜਿੰਨੇ ਵੀ ਬਹੁਤ ਸਾਰੇ ਰੂਲ ਲਿਖੇ ਹੋਏ ਆ, ਜਿਵੇਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਵੈਦਿਕ ਧਰਮ ਕਿਹਾ ਜਾਂਦਾ ਸੀ, ਕਈ ਬ੍ਰਾਹਮਣਿਜ਼ਮ ਕਹਿੰਦੇ ਆ ਉਸ ਧਰਮ ਨੂੰ। ਅਲੱਗ-ਅਲੱਗ ਜਿਹੜੇ ਆਥਰਸ ਆ ਉਹਨਾਂ ਨੇ ਅਲੱਗ-ਅਲੱਗ ਨਾਮ ਦਿੱਤੇ ਆ। ਜਿਹੜਾ ਕੁਛ ਮਰਜ਼ੀ ਕਹਿ ਲਓ, ਜਿਹੜਾ ਪੁਰਾਣਾ ਸੀਗਾ ਧਰਮ, ਸਿੱਖ ਉਸ ਧਰਮ ਨੂੰ ਫੋਲੋ ਨਹੀਂ ਕਰਦੇ। ਅੱਜ ਜਿਹੜਾ ਚੈਪਟਰ ਆਪਾਂ ਪੜ੍ਹਨ ਜਾ ਰਹੇ ਹਾਂ ਉਹ 11ਵਾਂ ਚੈਪਟਰ ਆ। ਉਹ ਹੈਗਾ ਪ੍ਰੇਤ ਕਿਰਿਆ, ਸ਼ਰਾਧ, ਤੀਰਥ। ਆਪ ਪ੍ਰੇਤ ਕਿਰਿਆ ਦੇ 2 ਲਿਖ ਕੇ ਥੱਲੇ ਲਿਖਿਆ। ਹਿੰਦੂ ਮਤ ਵਿੱਚ ਇਹ ਮੰਨਿਆ ਗਿਆ ਹੈ ਕਿ ਪ੍ਰੇਤ ਕਿਰਿਆ ਕਰਵਾਏ ਬਿਨਾਂ ਪ੍ਰਾਣੀ ਦੀ ਗਤੀ ਨਹੀਂ ਹੁੰਦੀ। ਚਾਹੇ ਆਪਣੀ ਜ਼ਿੰਦਗੀ ਵਿੱਚ ਜੀਵ ਅਨੇਕ ਸ਼ੁਭ ਕਰਮ ਕਰੇ, ਪਰ ਉਸਦੇ ਮਰੇ ਪਿੱਛੋਂ ਜੇ ਸੰਬੰਧੀਆਂ ਦੁਆਰਾ ਪ੍ਰੇਤ ਕਿਰਿਆ ਨਾ ਹੋਵੇ ਤਾਂ ਪ੍ਰਾਣੀ ਦੀ ਦੁਰਗਤ ਹੁੰਦੀ ਹੈ। ਗਰੁੜ ਪੁਰਾਣ ਅਧਿਆਏ 7 ਸ਼ਲੋਕ 11 ਤੋਂ 41। ਇਸੇ ਬਾਤ ਨੂੰ ਮੁੱਖ ਰੱਖ ਕੇ ਮੰਨੂ ਪੁੱਤਰ ਦਾ ਅਰਥ ਇਸ ਤਰ੍ਹਾਂ ਕਰਦਾ ਹੈ। ਪੂ ਨਾਮ ਨਰਮ ਤੋਂ ਜੋ ਪਿਤਾ ਨੂੰ ਬਚਾਵੇ ਉਸ ਨੂੰ ਪੁੱਤਰ ਕਹੀਦਾ ਹੈ। ਮੰਨੂ ਅਧਿਆਏ 9ਵਾਂ ਸ਼ਲੋਕ 138। ਇਹ ਨਰਮ ਦੀ ਜਗ੍ਹਾ ਤੇ ਸ਼ਾਇਦ ਨਰਕ ਹੋਊਗਾ ਜੀ, ਕਿਉਂਕਿ ਪੂ ਨਾਮ ਨਰਮ ਦਾ ਕੋਈ ਮਤਲਬ ਨਹੀਂ ਬਣਦਾ। ਖੈਰ, ਮੰਨੂ ਜੀ ਹੋਰ ਉਚਰਦੇ ਹਨ, ਪੁੱਤਰ ਕਰਕੇ ਪਿਤਾ ਸਵਰਗ ਨੂੰ ਪ੍ਰਾਪਤ ਹੁੰਦਾ ਹੈ, ਪੋਤਾ ਹੋਣ ਕਰਕੇ ਦੇਰ ਤਾਈਂ ਸਵਰਗ ਵਿੱਚ ਰਹਿੰਦਾ ਹੈ, ਔਰ ਪੜੋਤਾ ਜੰਮੇ ਤੋਂ ਸੂਰਯ ਲੋਕ ਵਿੱਚ ਜਾ ਪਹੁੰਚਦਾ ਹੈ। ਮੰਨੂ ਅਧਿਆਏ 9ਵਾਂ ਸ਼ਲੋਕ 137। ਫਿਰ ਉੱਪਰ ਲਿਖਦੇ ਆ ਜੀ, ਆਪ ਪ੍ਰੇਤ ਕਿਰਿਆ ਦੁਆਰਾ ਗਿਆ ਆਦਿਕ ਤੀਰਥਾਂ ਪਰ ਪਿੰਡ ਦਾਨ ਦੇਣ ਕਰਕੇ ਜੀਵ ਦੀ ਗਤੀ ਮੰਨਦੇ ਹੋ, ਔਰ ਪਿੱਤਰਾਂ ਨੂੰ ਤ੍ਰਿਪਤ ਕਰਨ ਲਈ ਸ਼ਰਾਧ ਕਰਾਉਂਦੇ ਹੋ। ਔਰ ਇਸ ਵਿਸ਼ੇ ਆਪ ਦੇ ਧਰਮ ਪੁਸਤਕ ਦਾ ਇਹ ਕਥਨ ਹੈ, ਸ਼ਰਾਧਾਂ ਦੇ ਦਿਨਾਂ ਵਿੱਚ ਪਿੱਤਰਪੁਰੀ ਖਾਲੀ ਹੋ ਜਾਂਦੀ ਹੈ। ਸਾਰੇ ਪਿੱਤਰ ਸ਼ਰਾਧ ਦਾ ਅੰਨ ਖਾਣ ਲਈ ਮਾਤਲੋਕ ਵਿੱਚ ਭੱਜ ਕੇ ਆ ਜਾਂਦੇ ਹਨ। ਜੇ ਉਹਨਾਂ ਨੂੰ ਨਾ ਖਵਾਇਆ ਜਾਵੇ ਤਾਂ ਸ਼ਰਾਪ ਦੇ ਕੇ ਚਲੇ ਜਾਂਦੇ ਹਨ। ਸ਼ਰਾਧ ਕਰਾਉਣ ਜਿਹਾ ਹੋਰ ਕੋਈ ਪੁੰਨ ਨਹੀਂ। ਸੁਮੇਰ ਪਰਬਤ ਜਿੰਨੇ ਭਾਰੀ ਪਾਪ ਕੀਤੇ ਹੋਏ ਸ਼ਰਾਧ ਕਰਨ ਕਰਕੇ ਤੁਰਤ ਨਾਸ ਹੋ ਜਾਂਦੇ ਹਨ। ਸ਼ਰਾਧ ਕਰਕੇ ਹੀ ਆਦਮੀ ਸਵਰਗ ਨੂੰ ਪ੍ਰਾਪਤ ਹੁੰਦਾ ਹੈ। ਅਤਰ ਸੰਹਿਤਾ। ਸ਼ਰਾਧ ਕਰਨ ਤੋਂ ਪਹਿਲਾਂ ਅੱਗ ਵਿੱਚ ਹੋਮ ਕਰੇ। ਜੇ ਅੱਗ ਨਾ ਹੋਵੇ ਤਾਂ ਬ੍ਰਾਹਮਣ ਦੇ ਹੱਥ ਪਰ ਹੋਮ ਕਰੇ, ਕਿਉਂਕਿ ਬ੍ਰਾਹਮਣ ਅਤੇ ਅਗਨੀ ਇੱਕੋ ਰੂਪ ਹਨ। ਮੰਨੂ ਅਧਿਆਏ 4 ਸ਼ਲੋਕ 212। ਹਨ ਤੇ ਇੱਕ ਲਿਖ ਕੇ ਥੱਲੇ ਲਿਖਿਆ ਜੀ, ਮੰਨੂ ਜੀ ਨੇ ਇਹ ਗੱਲ ਨਹੀਂ ਦੱਸੀ ਕਿ ਜੇ ਅੱਗ ਨਾ ਹੋਵੇ ਤਾਂ ਬ੍ਰਾਹਮਣ ਦੇ ਹੱਥ ਪਰ ਤਵਾ ਰੱਖ ਕੇ ਰੋਟੀ ਪਕਾ ਲਵੇ। ਇੱਕ ਵਿਦਵਾਨ ਮੰਨੂ ਦੇ ਇਸ ਲੇਖ ਦਾ ਇਹ ਭਾਵ ਕੱਢਦਾ ਹੈ ਕਿ ਭਾਰਤ ਵਰਸ਼ ਦਾ ਰਾਜ ਪ੍ਰਤਾਪ ਔਰ ਵਿਦਿਆ ਬਲ ਆਦਿਕ ਸਵਾਹਾ ਸਵਾਹਾ ਕਹਿ ਕੇ ਸਵਾਹ ਕਰਨ ਲਈ ਜ਼ਰੂਰ ਜਾਤੀ ਅਭਿਮਾਨੀ ਬ੍ਰਾਹਮਣ ਅਤੇ ਅੱਗ ਇੱਕ ਰੂਪ ਹਨ। ਸ਼ਰਾਧ ਵਿੱਚ ਜੇ ਪਿੱਤਰਾਂ ਵਾਸਤੇ ਤਿਲ, ਚੌਲ, ਜੌਂ, ਮਾਂਹ ਔਰ ਸਾਗ ਤਰਕਾਰੀ ਦਿੱਤੀ ਜਾਵੇ ਤਾਂ ਪਿੱਤਰ 1 ਮਹੀਨਾ ਰੱਜ ਰਹਿੰਦੇ ਹਨ। ਮੱਛੀ ਦੇ ਮਾਸ ਨਾਲ 2 ਮਹੀਨੇ, ਹਰਨ ਦੇ ਮਾਸ ਨਾਲ 3 ਮਹੀਨੇ, ਮੀਂਢੇ ਦੇ ਮਾਸ ਨਾਲ 4 ਮਹੀਨੇ, ਪੰਛੀਆਂ ਦੇ ਮਾਸ ਕਰਕੇ 5 ਮਹੀਨੇ, ਬੱਕਰੇ ਦੇ ਮਾਸ ਨਾਲ 6 ਮਹੀਨੇ, ਚਿੱਤਲ ਦੇ ਮਾਸ ਕਰਕੇ 7 ਮਹੀਨੇ, ਚਿੰਕਾਰੇ ਦੇ ਮਾਸ ਨਾਲ 8 ਮਹੀਨੇ, ਲਾਲ ਮ੍ਰਿਗ ਦੇ ਮਾਸ ਕਰਕੇ 9 ਮਹੀਨੇ, ਝੋਟੇ ਅਤੇ ਸੂਰ ਦੇ ਮਾਸ ਨਾਲ 10 ਮਹੀਨੇ, ਕੱਛੂ ਔਰ ਸਹੇ ਦੇ ਮਾਸ ਦੇਣ ਕਰਕੇ ਪਿੱਤਰ 11 ਮਹੀਨੇ ਰੱਜੇ ਰਹਿੰਦੇ ਹਨ। ਇਤਿਹਾਸ। ਮੰਨੂ ਅਧਿਆਏ 3 ਸ਼ਲੋਕ 267 ਤੋਂ 270
ਔਰ ਵਿਸ਼ਨੂੰ ਸਿਮਰਤੀ ਅਧਿਆਏ 80। ਜਿਸ ਬ੍ਰਾਹਮਣ ਦੇ ਵੈਸ਼ਨਵ ਮਤ ਦਾ ਤਿਲਕ ਨਾ ਹੋਵੇ, ਜੇ ਉਸਨੂੰ ਸ਼ਰਾਧ ਵਿੱਚ ਭੋਜਨ ਦਿੱਤਾ ਜਾਵੇ ਤਾਂ ਸ਼ਰਾਧ ਕਰਾਉਣ ਵਾਲੇ ਦੇ ਪਿੱਤਰ ਨਿਰਸੰਦੇਹ ਵਿਸ਼ਟਾਂ ਔਰ ਮੂਤ ਖਾਂਦੇ ਪੀਂਦੇ ਹਨ। ਵ੍ਰਿਧਹਾਰੀਤ ਸੰਹਿਤਾ ਅਧਿਆਇ 2। ਇੱਕ ਗੱਲ ਤੁਸੀਂ ਨੋਟ ਕੀਤੀ ਹੋਊਗੀ ਜੀ, ਜਿਨ੍ਹਾਂ ਨੇ ਵੀ ਇਹ ਕਿਤਾਬ ਪੜ੍ਹ ਲਈ ਆ ਨਾ, ਜਾਂ ਜਿਹੜੇ ਹੁਣ ਇਹ ਕਿਤਾਬ ਸੁਣ ਰਹੇ ਆ, ਤੁਸੀਂ ਦੇਖੋਗੇ ਭਾਈ ਕਾਹਨ ਸਿੰਘ ਨਾਭਾ ਕਿੰਨੇ ਜ਼ਿਆਦਾ ਰੈਫਰੈਂਸਿਸ ਦੇ ਰਿਹਾ ਉਹਨਾਂ ਦੀਆਂ ਕਿਤਾਬਾਂ ਦੇ ਵਿੱਚੋਂ ਹੀ। ਵੀ ਆਏ ਨਹੀਂ ਕਿ ਭਾਈ ਕਾਹਨ ਸਿੰਘ ਨਾਭਾ ਉਵੇਂ ਇੱਕ ਅੱਧੀ ਕਿਤਾਬ ਪੜ੍ਹਨ ਵਾਲੇ ਕੋਈ ਵਿਦਵਾਨ ਸੀਗੇ। ਪਤਾ ਨਹੀਂ ਕਿੰਨੀਆਂ ਹੀ ਕਿਤਾਬਾਂ ਪੜ੍ਹੀਆਂ ਹੋਣੀਆਂ ਭਾਈ ਕਾਹਨ ਸਿੰਘ ਨਾਭਾ ਨੇ, ਉਹ ਵੀ ਇਕੱਲੀਆਂ ਸਿੱਖ ਧਰਮ ਨਾਲ ਸੰਬੰਧਿਤ ਨਹੀਂ, ਹਿੰਦੂ ਧਰਮ ਨਾਲ ਸੰਬੰਧਿਤ ਵੀ, ਈਸਾਈ ਧਰਮ ਨਾਲ ਸੰਬੰਧਿਤ ਵੀ। ਜਦੋਂ ਭਾਈ ਕਾਹਨ ਸਿੰਘ ਨਾਭਾ ਹੋਣਾ ਦੀਆਂ ਕਿਤਾਬਾਂ ਪੜ੍ਹਦੇ ਆ ਨਾ, ਜਿਵੇਂ ਗੁਰਮਤਿ ਸੁਧਾਕਰ ਜਾਂ ਹੋਰ, ਉਹਦੇ ਵਿੱਚ ਈਸਾਈਆਂ ਬਾਰੇ ਵੀ ਲਿਖਿਆ ਹੋਇਆ। ਜਿਵੇਂ ਮੈਂ ਇੱਕ ਸਟੋਰੀ ਪੜ੍ਹਦਾ ਪਿਆ ਸੀ ਕੇਸਾਂ ਬਾਰੇ, ਉਹ 'ਚ ਉਹਨਾਂ ਨੇ ਬਾਈਬਲ ਦੀ ਕਹਾਣੀ ਦਿੱਤੀ ਆ ਵੀ ਪੁਰਾਣੇ ਸਮੇਂ 'ਚ ਕੇਸਾਂ ਦੀ ਕਿੰਨੀ ਮਹੱਤਤਾ ਹੁੰਦੀ ਸੀ, ਕਿਵੇਂ ਸਾਂਭ ਕੇ ਰੱਖਦੇ ਸੀਗੇ ਲੋਕ ਅਲੱਗ-ਅਲੱਗ ਧਰਮਾਂ ਦੇ। ਇਹ ਮਤਲਬ ਕਾਫੀ ਵਿੱਦਿਆ ਸੀ ਕਿ ਉਹਨਾਂ ਕੋਲ, ਭਾਈ ਕਾਹਨ ਸਿੰਘ ਨਾਭਾ ਹੋਣਾ ਕੋਲ ਉਵੇਂ ਨਹੀਂ ਉਹਨਾਂ ਨੇ ਇਹ ਕਿਤਾਬਾਂ ਲਿਖ ਮਾਰੀਆਂ। ਤੇ ਅੱਜ ਵੀ ਜਿੰਨੇ ਵੀ ਆਪਣੇ ਪ੍ਰੇਸ਼ਨ ਹੁੰਦੇ ਆ ਨਾ, ਚਾਹੇ ਉਹ ਗੁਰਮਤਿ ਤੋਂ ਉਲਟ ਸਟੋਰੀਆਂ ਦੇ ਹੋਵੇ ਜਾਂ ਬਾਣੀ ਪ੍ਰਤੀ ਹੋਵੇ, ਉਹ ਸਾਰੇ ਆਪਾਂ ਭਾਈ ਕਾਹਨ ਸਿੰਘ ਨਾਭਾ ਹੋਣਾ ਨੂੰ ਪੜ੍ਹ ਲਓ, ਕਾਫੀ ਹੱਦ ਤੱਕ ਆਪਣੇ ਜਿਹੜੇ ਡਾਊਟਸ ਆ ਉਹ ਕਲੀਅਰ ਹੋ ਜਾਣਗੇ। ਇੰਨਾ ਕੁਛ ਲਿਖਿਆ ਹੋਇਆ ਵਾ। ਕਈ ਤਾਂ ਹੁਣ ਲੋਕ ਉਵੇਂ ਕਹਿ ਦਿੰਦੇ ਆ ਨਾ, ਭਾਈ ਕਾਹਨ ਸਿੰਘ ਨਾਭਾ ਨੇ ਐਵੇਂ ਲਿਖ ਮਾਰੀ, ਹਮ ਹਿੰਦੂ ਨਹੀਂ, ਇਹ ਨਹੀਂ ਪੜ੍ਹਨੀ ਚਾਹੀਦੀ, ਇਹ ਗਲਤ ਆ। ਸਾਰਾ ਕੁਝ ਸਹੀ ਆ, ਤੁਹਾਡੀ ਗੱਲ ਵੀ ਮੰਨ ਲੈਂਦੇ ਆ, ਪਰ ਤੁਹਾਡਾ ਕਾਊਂਟਰ ਆਰਗੂਮੈਂਟ ਕੀ ਆ? ਭਾਈ ਕਾਹਨ ਸਿੰਘ ਨਾਭਾ ਨੇ ਪਹਿਲਾਂ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਹਿੰਦੂਆਂ ਦੀਆਂ ਉਹਨਾਂ ਬਾਰੇ ਲਿਖਿਆ ਕਿ ਇਹ ਚੀਜ਼ ਆ, ਫਿਰ ਗੁਰਬਾਣੀ ਦੀਆਂ ਜਿਹੜੀਆਂ 17 ਵਾ ਉਹ ਲਿਖੀਆਂ ਵਾ, ਜਾਂ ਫਿਰ ਜਿਹੜੇ ਇਤਿਹਾਸਕ ਸਰੋਤ ਆ ਆਪਣੇ ਉਹਨਾਂ ਵਿੱਚੋਂ ਗੱਲਾਂ ਲਿਖੀਆਂ ਵਾ, ਫਿਰ ਉਹਨਾਂ ਨੇ ਸਿੱਧ ਕੀਤਾ ਕਿ ਹਾਂ ਭਾਈ ਇਹ ਚੀਜ਼ ਗਲਤ ਹੈ, ਇਹ ਚੀਜ਼ ਸਹੀ ਆ। ਜਿਹੜੇ ਕਹਿੰਦੇ ਕਿ ਅਸੀਂ ਨਹੀਂ ਮੰਨਦੇ ਹਮ ਹਿੰਦੂ ਨਹੀਂ ਪੁਸਤਕ ਨੂੰ, ਉਹਨਾਂ ਦਾ ਆਰਗੂਮੈਂਟ ਕੀ ਆ? ਕਿ ਉਹਨਾਂ ਨੇ ਜਿਵੇਂ ਭਾਈ ਕਾਹਨ ਸਿੰਘ ਨਾਭਾ ਹੋਣੀਆਂ ਲਿਖਦੇ ਪਏ ਆ ਉਵੇਂ ਉਹਨਾਂ ਨੇ ਆਰਗੂਮੈਂਟ ਲਿਖ ਕੇ ਲਿਖੀ ਹੈ ਕੋਈ ਬੁੱਕ? ਜਾਂ ਫਿਰ ਗੁਰਮਤਿ ਤੋਂ ਉਲਟ ਜਿਹੜੀਆਂ ਸਟੋਰੀਆਂ ਵਾ ਇਕੱਲੀਆਂ ਉਹੀ ਪਿਕ ਕੀਤੀਆਂ ਵਾ? ਜਿਵੇਂ ਇੱਕ ਕਿਤਾਬ ਸੀਗੀ ਕੋਈ ਨਿਰਾਲਾ ਕਰਕੇ ਬੰਦਾ, ਉਹਦੀ ਕਿਤਾਬ ਪੜ੍ਹਦਾ ਪਿਆ ਸੀ ਮੈਂ, ਉਹਦੀ ਕਿਤਾਬ ਆ ਹਮ ਹਿੰਦੂ ਹੈ। ਜਿਵੇਂ ਭਾਈ ਕਾਹਨ ਸਿੰਘ ਨਾਭਾ ਹੋਣਾ ਨੇ ਲਿਖਿਆ ਨਾ ਹਮ ਹਿੰਦੂ ਨਹੀਂ, ਉਹਨੇ ਕਿਤਾਬ ਲਿਖੀ ਆ ਕਿ ਹਮ ਹਿੰਦੂ ਹੈ। ਤੇ ਜਿੰਨੀਆਂ ਵੀ ਗੁਰਮਤਿ ਤੋਂ ਉਲਟ ਸਟੋਰੀਆਂ ਹੈਗੀਆਂ ਵਾ ਜਾਂ ਗੁਰਬਾਣੀ ਦੇ ਅਰਥਾਂ ਦੇ ਨਰਥ ਕਰਨੇ ਜਿਹੜੇ ਆ, ਉਹ ਉਹਦੇ ਵਿੱਚ ਸਾਰੇ ਕੀਤੇ ਹੋਏ ਆ ਉਹਨੇ। ਇੱਕ ਪਾਸੇ ਉਹ ਇਤਿਹਾਸਕ ਸਰੋਤਾਂ ਨੂੰ ਨਕਾਰਦਾ ਨਿਰਾਲਾ, ਤੇ ਦੂਜੇ ਪਾਸੇ ਉਹਨਾਂ ਸਰੋਤਾਂ ਨੂੰ ਉਧਾਰ ਬਣਾ ਕੇ ਆਪਣੀ ਗੱਲ ਰੱਖਦਾ ਵਾ। ਜਦੋਂ ਉਹ ਕਹਿੰਦਾ ਵਾ ਕਿ ਮੈਨੂੰ ਗੁਰਮੰਤਰ ਕੀ ਆ, ਮੂਲ ਮੰਤਰ ਕੀ ਆ, ਮੈਨੂੰ ਗੁਰਬਾਣੀ ਦੇ ਵਿੱਚੋਂ ਹੀ ਦੱਸੋ, ਨਾ ਹੀ ਮੈਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਗੱਲ ਕਰਨੀ ਆ, ਨਾ ਹੀ ਮੈਂ ਹੋਰ ਕੋਈ ਕਿਤਾਬ ਦੀ ਗੱਲ ਕਰਨੀ ਹੈ, ਮੈਨੂੰ ਸਿਰਫ ਗੁਰਬਾਣੀ ਦੇ ਵਿੱਚੋਂ ਹੀ ਦੱਸੋ ਕਿ ਕਿੱਥੇ ਲਿਖਿਆ ਕਿ ਇਹ ਗੁਰਮੰਤਰ ਆ ਤੇ ਇਹ ਮੂਲ ਮੰਤਰ ਆ। ਇਹ ਉਹਦੀ ਇੱਕ ਫਰੇਮਵਰਕ ਆ, ਤੁਸੀਂ ਕਹਿ ਲਓਗੇ ਉਹਨੇ ਉਹਦੇ ਵਿੱਚ ਹੀ ਰਹਿਣਾ ਵਾ। ਪਰ ਜਦੋਂ ਉਹਨੇ ਇਹ ਸਿੱਧ ਕਰਨਾ ਕਿ ਸਿੱਖ ਹਿੰਦੂ ਆ, ਉਦੋਂ ਜਿੰਨੀਆਂ ਵੀ ਗੁਰਮਤਿ ਦੇ ਵਿਰੁੱਧ ਸਟੋਰੀਆਂ ਲਿਖੀਆਂ ਹੋਈਆਂ ਵਾ ਉਹ ਸਾਰੀਆਂ ਫਿਰ ਇਤਿਹਾਸਕ ਸਰੋਤਾਂ 'ਚੋਂ ਚੱਕਦਾ, ਜਾਂ ਤਾਂ ਤੂੰ ਚੱਕਣਾ ਗੁਰਬਾਣੀ ਦੇ ਵਿੱਚੋਂ ਹੀ। ਆਏ ਨਹੀਂ, ਦੋਹਰੇ ਜਿਹੜੇ ਮਾਪਦੰਡ ਆ ਨਾ ਉਹ ਨਹੀਂ ਵਰਤਣੇ ਚਾਹੀਦੇ ਕਿ ਇੱਕ ਥਾਂ ਤੁਸੀਂ ਕਹਿਤਾ ਕਿ ਮੈਂ ਇਹ ਚੀਜ਼ ਨੂੰ ਨਹੀਂ ਮੰਨਦਾ ਤੇ ਦੂਜੀ ਵਾਰੀ ਫਿਰ ਉਹੀ ਚੀਜ਼ ਤੁਸੀਂ ਜਿਹੜੀ ਉਹ ਚੱਕ ਰਹੇ ਆ। ਇਹ ਸੇਮ ਗਲਤੀ ਜਿਹੜੀ ਆ ਉਹ ਮੈਕਲੌਡ ਨੇ ਕੀਤੀ ਆ। ਆਪਾਂ ਕੁਛ ਹੀ ਦਿਨਾਂ ਦੇ ਵਿੱਚ ਜਿਹੜੀ ਉਹਦੀ ਕਿਤਾਬ ਆ ਸਿੱਖ ਆਈਡੈਂਟੀਟੀ ਬਾਰੇ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਉਹ 'ਚ ਵੀ ਉਹਨੇ ਇਹੀ ਕੀਤਾ ਵਾ। ਇੱਕ ਪਾਸੇ ਉਹ ਜਨਮ ਸਾਖੀਆਂ ਨੂੰ, ਗੁਰੂ ਬਿਲਾਸਾਂ ਨੂੰ ਟ੍ਰੈਡੀਸ਼ਨ ਕਹਿ ਰਿਹਾ ਵਾ ਕਿ ਆਪਾਂ ਇਹਨੂੰ ਹਿਸਟਰੀ ਨਹੀਂ ਕਹਿ ਸਕਦੇ, ਇਹਨੂੰ ਆਪਾਂ ਟ੍ਰੈਡੀਸ਼ਨ ਕਹਿ ਸਕਦੇ ਹਾਂ, ਤੇ ਦੂਜੇ ਪਾਸੇ ਉਹਦੇ ਰੈਫਰੈਂਸਿਸ ਲੈ ਕੇ ਉਹ ਆਪਣੇ ਫੈਕਟ ਬਣਾ ਰਿਹਾ ਵਾ। ਜੇ ਉਹਨੇ ਸਾਬਤ ਕਰਨਾ ਕਿ ਗੁਰੂ ਨਾਨਕ ਦੇਵ ਜੀ ਹਿੰਦੂ ਆ, ਤਾਂ ਉਹ ਸ਼ੰਭੂਨਾਥ ਵਾਲੀ ਜਨਮ ਸਾਖੀ ਚੱਕਦਾ ਵਾ, ਤੇ ਦੂਜੇ ਪਾਸੇ ਕਹਿ ਰਿਹਾ ਕਿ ਉਹ ਟ੍ਰੈਡੀਸ਼ਨ ਆ, ਉਹ ਹਿਸਟਰੀ ਨਹੀਂ। ਜੇ ਉਹ ਹਿਸਟਰੀ ਹੈ ਹੀ ਨਹੀਂ ਤੇ ਉਹ 'ਚ ਲਾਈਨਾਂ ਕੋਈ ਚੱਕਦਾ ਪਿਆ ਫਿਰ ਤੂੰ? ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਕੀਤੀਆਂ, ਉਹ ਆਪਾਂ ਇੱਕ ਅਲੱਗ ਵੀਡੀਓ ਦੇ ਵਿੱਚ ਗੱਲ ਕਰਾਂਗੇ ਉਹਦੀ। ਖੈਰ ਆਪਾਂ ਵਾਪਸ ਮੁੜਦੇ ਹਾਂ ਜੀ ਇੱਥੇ ਹਮ ਹਿੰਦੂ ਨਹੀਂ ਪੁਸਤਕ ਤੇ। ਭਾਈ ਕਾਹਨ ਸਿੰਘ ਨਾਭਾ ਹੋਣੀ ਲਿਖਦੇ ਆ, ਗੁਰਮਤਿ ਵਿੱਚ ਉੱਪਰ ਲਿਖੇ ਭਰਮਾਂ ਤੋਂ ਵਿਰੁੱਧ ਗੁਰੂ ਸਾਹਿਬ ਨੇ 7 ਉਪਦੇਸ਼ ਇਸ ਪ੍ਰਕਾਰ ਕਥਨ ਕੀਤਾ ਹੈ। 7 ਮਤਲਬ ਕਿ ਸੱਚਾ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ। ਤੇਲ ਤੇ 2 ਲਿਖ ਕੇ ਥੱਲੇ ਲਿਖਿਆ ਜੀ, ਸ਼੍ਰੀ ਗੁਰੂ ਨਾਨਕ ਸਾਹਿਬ ਲੋਕਾਂ ਦਾ ਉਧਾਰ ਕਰਦੇ ਹੋਏ ਜਦ ਗਿਆ ਤੀਰਥ ਪਰ ਗਏ ਹਨ, ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ ਹੈ,
ਇਹ ਪ੍ਰਸੰਗ ਜਨਮ ਸਾਖੀ ਵਿੱਚ ਇਸ ਤਰ੍ਹਾਂ ਹੈ। ਗਿਆ ਦੇ ਪੰਡਿਤਾਂ ਕਿਹਾ, ਤੁਸੀਂ ਵੀ ਆਪਣੇ ਪਿੱਤਰਾਂ ਦਾ ਉਧਾਰ ਕਰੋ। ਤਾਂ ਬਾਬੇ ਨੇ ਕਹਿਆ, ਅਸਾਂ ਆਪਣੇ ਪਿੱਤਰਾਂ ਦਾ ਤੇ ਆਪਣੇ ਜਗਿਆਸੂਆਂ ਦਾ ਤੇ ਉਹਨਾਂ ਦੇ ਪਿੱਤਰਾਂ ਦਾ ਉਧਾਰ ਕਰ ਛੱਡਿਆ ਹੈ। ਐਸੀ ਕਿਰਿਆ ਕਰਮ ਦੀਵਾ ਪਿੰਡ ਪੱਤਲ ਕੀਤੀ ਹੈ ਜੋ ਅਗਿਆਨ ਦਾ ਅੰਧੇਰਾ ਦੂਰ ਕਰ ਛੱਡਿਆ ਹੈ। ਤਾਂ ਗੁਰੂ ਬਾਬਾ ਜੀ ਨੇ ਰਾਗ ਆਸਾ ਵਿੱਚ ਸ਼ਬਦ ਕਹਿਆ। ਫਿਰ ਉੱਪਰ ਲਿਖਦੇ ਆ ਜੀ, ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਉ ਮੇਲ, ਲੋਕਾਂ ਮਤ ਕੋ ਫੱਕੜ ਪਾਏ। ਫੱਕੜ ਤੇ 3 ਲਿਖੇ ਥੱਲੇ ਲਿਖਿਆ ਜੀ, ਹੇ ਲੋਕੋ, ਅਗਿਆਨ ਦੇ ਕਰਮ ਜੋ ਪਖੰਡ ਜਾਲ ਹਨ ਉਹਨਾਂ ਵਿੱਚ ਪੈ ਕੇ ਭੰਡੀ ਨਾ ਪਾਓ। ਫਿਰ ਉੱਪਰ ਲਿਖਦੇ ਆ, ਲੱਖ ਮੜਿਆ ਕਰ ਏਕ ਠੇ, ਏਕ ਰਤੀਲੇ ਭਾਹੇ ਰਹਾਓ। ਪਿੰਡ ਪੱਤਲ ਮੇਰੀ ਕੇਸੋ ਕਿਰਿਆ, ਸੱਚ ਨਾਮ ਕਰਤਾਰ। ਐਥੈ ਔਥੈ ਆਗੈ ਪਾਛੈ, ਇਹੋ ਮੇਰਾ ਆਧਾਰ। ਗੰਗ ਬਨਾਰਸ ਸਿਫਤ ਤੁਮਾਰੀ, ਨਾਵੈ ਆਤਮ ਰਾਓ। ਸੱਚਾ ਨਾਵਣ ਤਾਂ ਥੀਐ, ਜਾਂ ਅਹਨਿਸ ਲਾਗੈ ਭਾਓ। ਇੱਕ ਲੋਕੀ, ਲੋਕੀ ਤੇ 1 ਲਿਖੇ ਥੱਲੇ ਲਿਖਿਆ ਜੀ, ਇੱਕ ਪਿੰਡ ਦੇਵਤਿਆਂ ਵਾਸਤੇ ਦੇਣਾ ਆਖਿਆ ਜਾਂਦਾ ਹੈ, ਦੂਜਾ ਪਿੱਤਰਾਂ ਨੂੰ ਦਿੱਤਾ ਜਾਂਦਾ ਹੈ, ਪਰ ਮਿਲਦਾ ਦੋਹਾਂ ਨੂੰ ਨਹੀਂ। ਬ੍ਰਾਹਮਣ ਆਪ ਹੀ ਵੱਟ ਕੇ ਸਭ ਸਮੱਗਰੀ ਖਾ ਪੀ ਜਾਂਦਾ ਹੈ। ਇੱਕ ਲੋਕੀ ਹੋਰ ਛਮਛਰੀ, ਬ੍ਰਾਹਮਣ ਵਟ ਪਿੰਡ ਖਾਏ। ਪਿੰਡ ਤੇ 2 ਲਿਖ ਕੇ ਥੱਲੇ ਲਿਖਿਆ ਜੀ, ਜੌਂ ਦੇ ਆਟੇ ਆਦਿ ਦਾ ਪਿੰਨਾ ਜੋ ਪਿੱਤਰਾਂ ਨਿਮਿਤ ਦਿੱਤਾ ਜਾਂਦਾ ਹੈ। ਨਾਨਕ ਪਿੰਡ ਬਖਸ਼ੀਸ ਕਾ, ਕਬਹੂ ਨਿਖੁਟਸ ਨਾਹਿ। ਆਸਾ ਮਹੱਲਾ ਪਹਿਲਾ, ਅੰਗ 358। ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸਦਿਓ ਕਾਵ। ਨਾਨਕ ਮਨਮੁਖ ਅੰਧ ਪਿਆਰ, ਬਾਝ ਗੁਰੂ ਡੁੱਬਾ ਸੰਸਾਰ। ਵਾਰ ਮਾਝ ਮਹੱਲਾ ਪਹਿਲਾ, ਅੰਗ 138। ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਘਾਲੇ ਦੇ। ਵਾਰ ਆਸਾ ਮਹੱਲਾ ਪਹਿਲਾ, ਅੰਗ 472। ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਨਾਨਕ ਏਥੈ ਕਮਾਵੈ ਸੋ, ਮਿਲੈ ਅੱਗੇ ਪਾਏ ਜਾਏ। ਵਾਰ ਬਿਹਾਗੜਾ, ਅੰਗ 556। ਜੀਵਤ ਤੇ 3 ਲਿਖ ਕੇ ਥੱਲੇ ਲਿਖਿਆ ਜੀ, ਮਾਤਾ ਪਿਤਾ ਔਰ ਬਜ਼ੁਰਗਾਂ ਦਾ ਸੇਵਨ ਔਰ ਸਨਮਾਨ ਕਰਨਾ ਸਿੱਖ ਧਰਮ ਵਿੱਚ ਸ਼ਰਾਧ ਹੈ। ਮਰਿਆਂ ਨੂੰ ਪਹੁੰਚਾਉਣਾ ਅਗਿਆਨ ਹੈ। ਜੋ ਸਿੱਖ ਹਿੰਦੂਆਂ ਦੀ ਨਕਲ ਕਰਕੇ ਸ਼ਰਾਧ ਕਰਦੇ ਹਨ ਔਰ ਉਸਨੂੰ ਗੁਰ ਰੀਤੀ ਅਨੁਸਾਰ ਸ਼ਰਾਧ ਕਰਨਾ ਦੱਸਦੇ ਹਨ, ਉਹ ਅਗਿਆਨੀ ਹਨ। ਉੱਪਰ ਲਿਖਦੇ ਆ ਜੀ, ਜੀਵਤ ਪਿੱਤਰ ਨਾ ਮਾਨੈ, ਕਉ ਮੂਏ ਸਿਰਾਧ ਕਰਾਹੀ। ਪਿੱਤਰ ਭੀ ਬਪੁਰੇ ਕਹੋ ਕਿਉ ਪਾਵਹਿ, ਕਊਆ ਕੂਕਰ ਖਾਹੀ। ਮਾਟੇ ਕੇ ਕਰ ਦੇਵੀ ਦੇਵਾ, ਤਿਸ ਆਗੈ ਜੀਉ ਦੇਹੀ। ਐਸੇ ਪਿੱਤਰ ਤੁਮਾਰੇ ਕਹੀਐ, ਆਪਨ ਕਹਿਆ ਨ ਲੇਹੀ। ਗੌੜੀ ਕਬੀਰ, ਅੰਗ 332। ਇਹੋ ਮਨ ਮੈਲਾ ਇਕ ਨਾ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜੈ ਭਾਏ। ਤਟ ਤੀਰਥ ਦਿਸੰਤਰ ਭਵੈ ਅਹੰਕਾਰੀ, ਹੋਰ ਵਧੇਰੈ ਹਉਮੈ ਮਲ ਲਾਵਣਿਆ। ਮਾਝ ਮਹੱਲਾ ਤੀਜਾ, ਅੰਗ 116। ਤੀਰਥ ਪੂਰਾ ਸਤਿਗੁਰੂ, ਜੋ ਅੰਦਿਨ ਹਰਿ ਹਰਿ ਨਾਮ ਧਿਆਏ। ਵਾਰ ਮਾਝ ਮਹੱਲਾ ਚੌਥਾ, ਅੰਗ 140। ਤੀਰਥ ਨਹਾਏ ਨ ਉਤਰਸ ਮੈਲ, ਕਰਮ ਧਰਮ ਸਭ ਹਉਮੈ ਫੈਲ। ਰਾਮਕਲੀ ਮਹੱਲਾ ਪੰਜਵਾਂ, ਅੰਗ 890। ਫੈਲ ਤੇ 4 ਲਿਖ ਕੇ ਥੱਲੇ ਲਿਖਿਆ ਜੀ, ਹਉਮੈ ਦੇ ਕਰਮ ਫੇਲ। ਮਕਰ ਪਰਾਗ ਦਾਨ ਬਹੁ ਕੀਆ, ਸਰੀਰ ਦਿਓ ਅਧਕਾਟ। ਬਿਨ ਹਰ ਨਾਮ ਕੋ ਮੁਕਤ ਨ ਪਾਵੈ, ਬਹੁ ਕੰਚਨ ਦੀਜੈ ਕਟਕਾਟ। ਮਾਲੀ, ਗੌੜੀ ਮਹੱਲਾ ਚੌਥਾ, ਅੰਗ 986। ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਧਨਾਸਰੀ ਮਹੱਲਾ ਪਹਿਲਾ, ਅੰਗ 687। ਗੁਰ ਦਰਿਆਓ ਸਦਾ ਜਲ ਨਿਰਮਲ। ਦਰਿਆਓ ਤੇ 1 ਲਿਖ ਕੇ ਥੱਲੇ ਲਿਖਿਆ ਜੀ, ਗੁਰ ਦਰਿਆਓ ਦਾ ਅਰਥ ਸਮਝੇ ਬਿਨਾ ਕਈ ਸਿੱਖ ਖੂਹ ਵਿੱਚ ਕਿਰਮ ਪੈਦਾ ਕਰਨ ਲਈ ਔਰ ਥੰਧਿਆਈ ਨਾਲ ਲੋਕਾਂ ਨੂੰ ਖੰਘ ਦਾ ਰੋਗ ਚਿਮੇੜਨ ਵਾਸਤੇ ਕੜਾਹ ਪ੍ਰਸਾਦ ਲੈ ਕੇ ਨੱਠਦੇ ਹਨ। ਹੇ ਵਾਹਿਗੁਰੂ, ਸਮਤ ਬਖਸ਼ੋ ਕਿ ਇਹਨਾਂ ਦੀਆਂ ਅਜਿਹੀਆਂ ਭੈੜੀਆਂ ਵਾਦੀਆਂ ਹਟ ਜਾਣ ਔਰ ਗੁਰ ਸ਼ਬਦਾਂ ਦਾ ਯਥਾਰਥ ਅਰਥ ਸਮਝ ਕੇ ਅਵਿਦਿਆ ਬੰਧਨਾਂ ਤੋਂ ਛੁਟਕਾਰਾ ਪਾਉਣ। ਉੱਪਰ ਲਿਖਿਆ ਜੀ, ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੈ। ਸਤਿਗੁਰ ਪਾਇਆ ਪੂਰਾ ਨਾਵਣ, ਪਸ਼ੂ ਪਰੇ ਤੋਹ ਦੇਵ ਕਰੈ। ਪ੍ਰਭਾਤੀ ਮਹੱਲਾ ਪਹਿਲਾ, ਅੰਗ 1329। ਅਨੇਕ ਤੀਰਥ ਜੇ ਯਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨ ਜਾਏ। ਗੂਜਰੀ ਮਹੱਲਾ ਤੀਜਾ, ਅੰਗ 490। ਮਨ ਮੈਲ ਹੈ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨ ਹੋਏ। ਇਹੋ ਜਗਤ ਭਰਮ ਭੁਲਾਇਆ, ਵਿਰਲਾ ਬੂਝੈ ਕੋਏ।
ਵਡਹੰਸ ਮਹੱਲਾ ਤੀਜਾ ਅੰਗ 558। ਸੱਚਾ ਤੀਰਥ ਜਿਤ ਸਤ ਸਰਨਾਵਣ ਗੁਰਮੁਖ ਆਪ 부ਝਾਏ। ਤੂਹੀ ਮਹੱਲਾ ਤੀਜਾ ਅੰਗ 753। ਜਲ ਕੈ ਮੱਜਨ ਜੇ ਗਤ ਹੋਵੈ ਨਿਤ ਨਿਤ ਮੇਂਢਕ ਨਹਾਵੈ। ਜੈਸੇ ਮੇਂਢਕ ਤੈਸੇ ਓਏ ਨਰ ਫਿਰ ਫਿਰ ਜੋਨੀ ਆਵਹਿ। ਆਸਾ ਕਬੀਰ ਅੰਗ 484। ਗੰਗ ਬਨਾਰਸ ਹਿੰਦੂਆਂ ਮੁਸਲਮਾਨਾ ਮੱਕਾ ਕਾਬਾ। ਘਰ ਘਰ ਬਾਬਾ ਗਾਵੀਐ ਵਜਨ ਤਾਲ ਮਿਰਦੰਗ ਰਬਾਬਾ। ਭਾਈ ਗੁਰਦਾਸ ਵਾਰ 24। ਗਾਵੀਐ ਤੇ ਦੋ ਲਿਖ ਥੱਲੇ ਲਿਖਿਆ ਜੀ। ਗੁਰਸਿੱਖਾਂ ਲਈ ਹਰ ਕੀਰਤਨ ਐਸਾ ਹੈ ਜੈਸਾ ਹਿੰਦੂਆਂ ਔਰ ਮੁਸਲਮਾਨਾਂ ਨੂੰ ਗੰਗਾ ਔਰ ਕਾਬਾ ਹੈ। ਸੁਰਸਰੀ ਸੁਰਸਤੀ ਜਮਨਾ ਔ ਗੁਦਾਵਰੀ ਗਿਆ ਪ੍ਰਾਗ ਸੇਤ ਕੁਰਖੇਤ ਮਾਨਸਰ ਹੈ। ਕਾਂਸ਼ੀ ਕਾਂਤੀ ਦਵਾਰਾਵਤੀ ਮਾਇਆ ਮਥੁਰਾ ਅਯੁੱਧਿਆ। ਗੋਮਤੀ ਅਵੰਤਿਕਾ ਕਿਦਾਰ ਹਿਮਤਰ ਹੈ। ਨਰਬਦਾ ਬਿੱਧ ਬਨ ਦੇਵ ਸਥਲ ਕਬਿਲਾਸ। ਨੀਲ ਮੰਦਰਾਚਲ ਸੁਮੇਰ ਗਿਰਵਰ ਹੈ। ਤੀਰਥ ਅਰਥ ਸਤ ਧਰਮ ਦਇਆ ਸੰਤੋਖ ਸ੍ਰੀ ਗੁਰੂ ਚਰਨ ਰਜ ਤੁਲ ਨਾ ਸਗਰ ਹੈ। ਕਵਿਤ ਭਾਈ ਗੁਰਦਾਸ। ਇਹ ਆਪਾਂ ਪਹਿਲਾਂ ਵੀ ਸ਼ਾਇਦ ਗੱਲ ਕੀਤੀ ਹੋਊਗੀ ਜੀ। ਜਿਹੜੇ ਕਵਿਤ ਆ ਨਾ ਭਾਈ ਗੁਰਦਾਸ ਜੀ ਦੇ ਉਹ ਵੀ ਪੜ੍ਹਨ ਵਾਲੇ ਆ। ਬਹੁਤੇ ਜਿਹੜੇ ਸਿੱਖ ਆ ਉਹਨਾਂ ਨੂੰ ਇਹੀ ਪਤਾ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਾ, ਪਰ ਵਾਰਾਂ ਤੋਂ ਛੁੱਟ ਕਵਿਤ ਵੀ ਹੈਗੇ ਆ। ਉਹਨਾਂ 'ਚ ਬਹੁਤ ਸਾਰੀਆਂ ਗੱਲਾਂ ਹੋਰ ਖੋਲ ਕੇ ਦੱਸੀਆਂ ਗਈਆਂ ਵਾ। ਉਹ ਵੀ ਤੁਹਾਡੇ ਕੋਲ ਜਿਹੜੀ ਪੁਸਤਕ ਆ ਉਹ ਹੋਣੀ ਚਾਹੀਦੀ ਹੈ ਘਰੇ ਪੜ੍ਹਨ ਲਈ। ਭਾਈ ਨੰਦ ਲਾਲ ਸਾਹਿਬ ਕਥਨ ਕਰਦੇ ਹਨ। ਤਹਿਰੇ ਗੰਗ ਅਜ਼ ਗੁਬਾਰੇ ਪਾਏ ਸ਼ਾਂ ਸ਼ਸਤੋ ਹਸ਼ਤ ਅਜ ਨਵੇਂ ਹਵਾਏ ਸ਼ਾਂ। ਤੋਸੀ ਫੋਸਨਾ ਭਾਈ ਨੰਦ ਲਾਲ ਅਰਥਾਤ ਗੰਗਾ ਦੀ ਪਵਿੱਤਰਤਾ ਉਹਨਾਂ ਦੇ ਚਰਨਾਂ ਦੀ ਬਰਕਤ ਕਰਕੇ ਹੈ ਔਰ 68 ਤੀਰਥ ਉਹਨਾਂ ਦੇ ਬੱਦਲ ਦੀ ਇੱਕ ਬੂੰਦ ਹਨ। ਹਿੰਦੂ ਹੁਣ ਹਿੰਦੂ ਭਾਈ ਕਹਿੰਦਾ ਵਾ, ਹੋਰ ਆਰਗੂਮੈਂਟ ਲੈ ਕੇ ਆਉਂਦਾ, ਜੇ ਆਪ ਦੇ ਮਤ ਵਿੱਚ ਸ਼ਰਾਧ ਨਹੀਂ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਿਤਾ ਦਾ 8 ਨੂੰ ਸ਼ਰਾਧ ਕਰਕੇ ਅਸੋਵਧੀ 10 ਨੂੰ ਕਿਉਂ ਸਰੀਰ ਛੱਡਿਆ। ਔਰ ਜੇ ਆਪ ਦੇ ਮਤ ਵਿੱਚ ਕਿਰਿਆ ਕਰਮ ਪਿੰਡ ਦਾਨ ਆਦਿਕ ਵਿਧਾਨ ਨਹੀਂ ਤਾਂ ਗੁਰੂ ਅਮਰਦਾਸ ਜੀ ਨੇ ਸੱਦ ਵਿੱਚ ਇਹ ਕਿਉਂ ਆਖਿਆ ਹੈ। ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਭਾਵੈ। ਪਿੰਡ ਪਤਲ ਕਿਰਿਆ ਕੀਵਾ ਫੁੱਲ ਹਰ ਸਰ ਪਾਵੈ। ਰਾਮਕਲੀ ਸੱਦ ਅੰਗ 923। ਔਰ ਗੁਰੂ ਸਾਹਿਬਾਨ ਤੀਰਥਾਂ ਉੱਤੇ ਆਪ ਕਿਉਂ ਜਾਂਦੇ ਰਹੇ ਹਨ। ਇਹ 3 ਕੁਐਸਚਨ ਜੀ ਬਹੁਤ ਹੀ ਜ਼ਿਆਦਾ ਵਾਰੀ ਪੁੱਛੇ ਜਾਂਦੇ ਆ ਤੇ ਬਹੁਤ ਵਾਰੀ ਆਉਂਦੇ ਆ। ਜੇ ਤੁਸੀਂ ਗੱਲਾਂ ਕਰਦੇ ਨਾ ਲੋਕਾਂ ਨਾਲ, ਖਾਸ ਕਰ ਜਿਵੇਂ ਡਿਬੇਟ ਕੀਤੀ ਜਾਂਦੀ ਆ ਆਨਲਾਈਨ, ਚਾਹੇ ਉਹ ਵੀਡੀਓਜ਼ ਤੇ ਰਾਹੀਂ ਹੋਵੇ ਚਾਹੇ ਉਹ ਕਮੈਂਟਸ ਰਾਹੀਂ ਹੋਵੇ, ਇਹ 3 ਗੱਲਾਂ ਜ਼ਰੂਰ ਆਉਂਦੀਆਂ ਵਾ ਤੇ ਇਹਨਾਂ ਤਿੰਨਾਂ ਦੇ ਉੱਤਰ ਆਪਾਂ ਨੂੰ ਪਤਾ ਹੋਣੇ ਚਾਹੀਦੇ ਆ। ਪਹਿਲਾ ਇਹ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਜੀ ਦਾ ਸ਼ਰਾਧ ਕਿਉਂ ਕੀਤਾ। ਦੂਜਾ ਇਹ ਕਿ ਗੁਰੂ ਅਮਰਦਾਸ ਜੀ ਦੇ ਅਖੀਰਲੇ ਸਮੇਂ ਤੇ ਉਹ ਪਿੰਡ ਪੱਤਲ ਕਿਰਿਆ ਇਹ ਗੱਲਾਂ ਕਿਉਂ ਕਹਿ ਰਿਹਾ ਕਰਨ ਨੂੰ ਜੇ ਆਪਾਂ ਨਹੀਂ ਮੰਨਦੇ। ਤੀਜਾ ਤੇ ਇਹ ਬਹੁਤ ਇੰਪੋਰਟੈਂਟ ਆ, ਬਹੁਤ ਲੋਕਾਂ ਨੇ ਇਹ ਉਠਾਇਆ ਵਾ ਕੁਐਸਚਨ, ਜੇ ਗੁਰੂ ਸਾਹਿਬ ਮੰਨਦੇ ਹੀ ਨਹੀਂ ਸੀਗੇ ਹਿੰਦੂ ਤੀਰਥਾਂ ਨੂੰ ਹਿੰਦੂ ਸਥਾਨਾਂ ਨੂੰ ਤੇ ਉਹ ਉਹਨਾਂ ਸਥਾਨਾਂ ਤੇ ਕਿਉਂ ਗਏ। ਜਿੰਨੇ ਵੀ ਵੱਡੇ ਵੱਡੇ ਤੀਰਥ ਆ ਹੈ ਨਾ, ਚਾਹੇ ਤੁਸੀਂ ਅਯੁੱਧਿਆ ਲਾ ਲਓ, ਚਾਹੇ ਤੁਸੀਂ ਪੁਰੀ ਲਾ ਲਓ, ਚਾਹੇ ਤੁਸੀਂ ਹਰਿਦੁਆਰ ਲਾ ਲਓ, ਹੋਰ ਜਿੰਨੇ ਵੀ ਵੱਡੇ ਵੱਡੇ ਤੀਰਥ ਆ ਹਿੰਦੂਆਂ ਦੇ, ਗੁਰੂ ਸਾਹਿਬ ਉਹਨਾਂ ਸਥਾਨਾਂ ਤੇ ਵੀ ਗਏ। ਕਿਉਂ ਗਏ ਗੁਰੂ ਸਾਹਿਬ। ਉਹ ਉੱਥੇ ਕੋਈ ਉਹ ਕਰਨ ਨਹੀਂ ਗਏ ਸੀ ਕੋਈ ਮੈਂ ਆਰਤੀ ਕਰਨੀ ਆ ਜਾਂ ਫਿਰ ਕਿਸੇ ਦੇਵੀ ਦੀ ਉਸਤਤ ਕਰਨੀ ਆ, ਨਹੀਂ, ਉਹ ਲੋਕਾਂ ਨੂੰ ਸਮਝਾਉਣ ਗਏ ਸੀਗੇ। ਜਿਵੇਂ ਗੁਰੂ ਨਾਨਕ ਦੇਵ ਜੀ ਮੱਕੇ ਵੀ ਗਏ ਆ। ਹੁਣ ਕਈ ਜਿਹੜੇ ਮੁਸਲਮਾਨ ਆ ਉਹ ਇਹ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਉੱਥੇ ਹੱਜ ਕਰਨ ਗਏ ਸੀਗੇ। ਨਹੀਂ, ਗੁਰੂ ਨਾਨਕ ਦੇਵ ਜੀ ਉੱਥੇ ਹੱਜ ਕਰਨ ਕਿਉਂ ਜਾਣਗੇ। ਗੁਰੂ ਨਾਨਕ ਦੇਵ ਜੀ ਕਿਹੜਾ ਮੁਸਲਮਾਨ ਸੀਗੇ, ਉਹ ਤਾਂ ਉੱਥੇ ਉਹਨਾਂ ਨੂੰ ਸਮਝਾਉਣ ਗਏ ਸੀਗੇ। ਨਾਲੇ ਜੇ ਆਪਾਂ ਮੰਨ ਵੀ ਲਈਏ ਚੱਲੋ ਕਿ ਗੁਰੂ ਨਾਨਕ ਦੇਵ ਜੀ ਹੱਜ ਕਰਨ ਗਏ ਤੇ ਗੁਰੂ ਨਾਨਕ ਦੇਵ ਜੀ ਕਾਬੇ ਵੱਲ ਪੈਰ ਕਰਕੇ ਕਿਉਂ ਰੱਖਣਗੇ ਆਪਣਾ। ਨਾਲੇ ਜਦੋਂ ਉੱਥੇ ਕਹਿਤਾ ਕਿ ਭਾਈ ਇੱਧਰ ਪੈਰ ਨਾ ਕਰੋ, ਗੁਰੂ ਨਾਨਕ ਦੇਵ ਜੀ ਤਾਂ ਮੰਨੇ ਨਹੀਂ। ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਭਾਈ ਜਿੱਧਰ ਪਰਮਾਤਮਾ ਹੈ ਨਹੀਂ ਉੱਧਰ ਮੇਰਾ ਪੈਰ ਕਰ ਦਿਓ। ਜੇ ਮੁਸਲਮਾਨ ਹੁੰਦੇ ਤਾਂ ਕਿਸੇ ਮੌਲਵੀ ਜਾਂ ਕਾਜੀ ਨੇ ਕਹਿਤਾ ਕਿ ਭਾਈ ਤੂੰ ਆਏ ਨਾ ਕਰ, ਤਾਂ ਉਹਨਾਂ ਨੇ ਨਹੀਂ ਕਰਨਾ ਸੀ। ਪਰ ਗੁਰੂ ਸਾਹਿਬ ਮੰਨੇ ਨਹੀਂ ਇਹ ਗੱਲ, ਹੈ ਨਾ। ਨਾ ਹੀ ਗੁਰੂ ਨਾਨਕ ਦੇਵ ਜੀ ਮੁਸਲਮਾਨਾਂ ਦੇ ਸਥਾਨਾਂ 'ਤੇ ਹੱਜ ਕਰਨ ਗਏ ਸੀਗੇ,
ਨਾ ਹੀ ਹਿੰਦੂਆਂ ਦੇ ਸਥਾਨਾਂ ਤੇ ਕੋਈ ਆਰਤੀ ਜਾਂ ਪੂਜਾ ਕਰਨ ਗਏ ਸੀ। ਆਪਾਂ ਪੜ੍ਹਦੇ ਹਾਂ ਭਾਈ ਕਾਹਨ ਸਿੰਘ ਨਾਭਾ ਕੀ ਲਿਖਦੇ ਆ। ਸਿੱਖ ਪਿਆਰੇ ਹਿੰਦੂ ਭਾਈ, ਗੁਰੂ ਨਾਨਕ ਦੇਵ ਅੱਸੂ ਸੁਦੀ 10 ਨੂੰ ਜੋਤੀ ਜੋਤ ਸਮਾਏ ਹਨ, ਜਿਹਾ ਕਿ ਪ੍ਰਾਚੀਨ ਸਾਖੀਆਂ ਵਿੱਚ ਲਿਖਿਆ ਹੈ। ਔਰ ਭਾਈ ਮਨੀ ਸਿੰਘ ਜੀ ਵੀ ਗਿਆਨ ਰਤਨਾਵਲੀ ਵਿੱਚ ਅੱਸੂ ਸੁਦੀ 10 ਨੂੰ ਲਿਖਦੇ ਹਨ। ਔਰ ਸਾਰੇ ਗੁਰਦੁਆਰਿਆਂ ਵਿੱਚ ਚਾਨਣੀ 10ਵੀਂ ਦਾ ਹੀ ਗੁਰਪੁਰਬ ਮਨਾਇਆ ਜਾਂਦਾ ਹੈ। ਸ਼ਰਾਧ ਮਹਾਤਮ ਪ੍ਰਗਟ ਕਰਨ ਵਾਲੇ ਪ੍ਰਪੰਚੀਆਂ ਨੇ ਕਈ ਸਾਖੀਆਂ ਵਿੱਚ ਸ਼ਰਾਧਾਂ ਦੀ 10ਵੀਂ ਲਿਖ ਦਿੱਤੀ ਹੈ। ਆਪ ਇਤਨਾ ਹੀ ਵਿਚਾਰੋ ਕਿ ਜੇ ਗੁਰੂ ਨਾਨਕ ਦੇਵ ਆਪਣੇ ਪਵਿੱਤਰ ਸ਼ਬਦਾਂ ਵਿੱਚ ਸ਼ਰਾਧ ਆਦਿਕ ਕਰਮਾਂ ਦਾ ਖੰਡਨ ਕਰਦੇ ਰਹੇ ਹਨ, ਜਿਹਾ ਕਿ ਆਪ ਨੂੰ ਹੁਣੇ ਹੀ ਸੁਣਾਇਆ ਗਿਆ ਹੈ, ਔਰ ਗਿਆ ਪਰ ਪਿੰਡਦਾਨ ਆਦਿਕ ਦੇਣ ਤੋਂ ਇਨਕਾਰੀ ਹਨ, ਕੀ ਉਹ ਕਦੇ ਸ਼ਰਾਧ ਕਰ ਸਕਦੇ ਹਨ? ਤੇ ਇੱਕ ਲਿਖੇ ਥੱਲੇ ਲਿਖਿਆ ਜੀ, ਸਭ ਤੋਂ ਪੁਰਾਣੀ ਸਾਖੀ ਜੋ ਸਿੰਘ ਸਭਾ ਲਾਹੌਰ ਦੀ ਦਰਖਵਾਸਤ ਪਰ ਗਵਰਨਮੈਂਟ ਪੰਜਾਬ ਨੇ ਵਿਲਾਇਤ ਦੇ ਪੁਸਤਕਾਲਿਆਂ ਵਿੱਚੋਂ ਮੰਗਵਾ ਕੇ ਛਪਵਾਈ ਹੈ, ਔਰ ਜੋ ਮਕਾਲਿਬ ਸਾਹਿਬ ਨੇ ਇੱਕ ਪ੍ਰਾਚੀਨ ਸਾਖੀ ਹਾਫਜ਼ਾਬਾਦ ਤੋਂ ਲੈ ਕੇ ਛਾਪੀ ਹੈ, ਔਰ ਭਾਈ ਮਨੀ ਸਿੰਘ ਜੀ ਦੀ ਸਾਖੀ, ਇਹਨਾਂ ਵਿੱਚ ਸ਼ਰਾਧ ਵਾਲਾ ਪ੍ਰਸੰਗ ਹੀ ਨਹੀਂ ਹੈ। ਐਸੇ ਪ੍ਰਸੰਗ ਸਾਖੀਆਂ ਵਿੱਚ ਉਦੋਂ ਦਰਜ ਹੋਏ ਹਨ ਜਦ ਸਿੱਖ 12 ਮਿਸਲਾਂ ਬਣਾ ਕੇ ਆਪਣੇ ਨਿਯਮਾਂ ਤੋਂ ਭੁੱਲ ਕੇ ਰਾਜ ਦੇ ਆਨੰਦ ਵਿੱਚ ਪੈ ਗਏ, ਔਰ ਆਨਿਮਤੀਆਂ ਨੇ ਸਿੱਖਾਂ ਦੇ ਧਾਰਮਿਕ ਔਰ ਵਿਵਹਾਰਿਕ ਸਾਰੇ ਕੰਮ ਆਪਣੇ ਹੱਥ ਲੈ ਲਏ, ਔਰ ਮਨ ਭਾਉਂਦੇ ਪੁਸਤਕ ਰਚ ਕੇ ਨਿਯਮਾਂ ਵਿੱਚ ਗੜਬੜ ਕਰ ਦਿੱਤੀ। ਇਹ ਚੀਜ਼ ਜਿਹੜੀ ਹੈ ਨਾ, ਇਹ ਸ਼ਾਇਦ ਗੁਰਮਤਿ ਸੁਧਾਕਰ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ ਸ਼ੁਰੂਆਤ ਦੇ ਵਿੱਚ ਲਿਖੀ ਆ। ਇੱਕ ਪਾਸੇ ਉਹਨਾਂ ਨੇ ਸਾਖੀਆਂ ਲੈ ਲਈਆਂ ਕਿ ਗੁਰੂ ਸਾਹਿਬ ਨੇ ਇਹ ਕੀਤਾ, ਗੁਰੂ ਸਾਹਿਬ ਨੇ ਉਹ ਕੀਤਾ, ਤੇ ਦੂਜੇ ਪਾਸੇ ਉਹਨਾਂ ਨੇ ਗੁਰਬਾਣੀ ਲੈ ਲਈ। ਹੁਣ ਗੁਰਬਾਣੀ ਤੇ ਗੁਰੂ ਸਾਹਿਬ ਨੇ ਲਿਖੀ ਆ। ਜੇ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਆ ਕਿ ਇਹ ਚੀਜ਼ ਗਲਤ ਆ, ਤੇ ਇਤਿਹਾਸਿਕ ਗ੍ਰੰਥਾਂ ਵਿੱਚ ਇਹ ਦੱਸਿਆ ਗਿਆ ਕਿ ਗੁਰੂ ਸਾਹਿਬ ਨੇ ਇਹ ਕੀਤਾ, ਫਿਰ ਉਹ ਇਤਿਹਾਸਿਕ ਗ੍ਰੰਥ ਜਿਹੜੇ ਉੱਥੇ ਗਲਤ ਹੋ ਜਾਂਦੇ ਆ। ਜਿਹੜੀ ਚੀਜ਼ ਗੁਰਬਾਣੀ ਦੇ ਵਿੱਚ ਲਿਖੀ ਆ ਕਿ ਗੁਰੂ ਸਾਹਿਬ ਨੇ ਕਿਹਾ ਭਾਈ ਤੁਸੀਂ ਇਹ ਕਰਨਾ, ਇਹ ਨਹੀਂ ਕਰਨਾ, ਇਤਿਹਾਸਿਕ ਗ੍ਰੰਥਾਂ ਦੇ ਵਿੱਚ ਜੇ ਉਹ ਉਲਟਾ ਤੇ ਉਹ ਗੁਰੂ ਸਾਹਿਬ ਨੇ ਨਹੀਂ ਕੀਤੀ। ਇਹ ਥਰੂ ਆਊਟ ਜਦੋਂ ਵੀ ਆਪਾਂ ਗੱਲ ਕਰਦੇ ਨਾ ਭਾਈ ਕਾਹਨ ਸਿੰਘ ਨਾਭਾ ਦੀਆਂ ਕਿਤਾਬਾਂ ਦਾ, ਚਾਹੇ ਹਮ ਹਿੰਦੂ ਨਹੀਂ ਹੋ ਗਈ, ਗੁਰਮਤਿ ਸੁਧਾਕਰ ਹੋ ਗਈ, ਇਹਨਾਂ ਕਿਤਾਬਾਂ ਦੇ ਵਿੱਚ ਉਹਨਾਂ ਨੇ ਇਹੀ ਲਿਖਿਆ ਵਾ ਕਿ ਭਾਈ ਉਹੀ ਚੀਜ਼ ਪ੍ਰਵਾਨ ਕਰਨ ਯੋਗ ਆ ਜਿਹੜੀ ਗੁਰਮਤਿ ਦੇ ਅਨੁਸਾਰ ਆ, ਜਿਹੜੀ ਗੁਰਬਾਣੀ ਦੇ ਅਨੁਸਾਰ ਆ। ਜਿਹੜੀ ਚੀਜ਼ ਗੁਰਬਾਣੀ ਦੇ ਅਨੁਸਾਰ ਨਹੀਂ ਗੀ ਉਹ ਆਪਾਂ ਪ੍ਰਵਾਨ ਨਹੀਂ ਕਰ ਸਕਦੇ। ਪਰ ਜਿਹੜੇ ਵਿਗੜ ਪੰਥੀਏ ਆ ਉਹ ਚੱਕਦੇ ਹੀ ਉਹ ਸਟੋਰੀਆਂ ਜਿਹੜੀਆਂ ਗੁਰਬਾਣੀ ਦੇ ਖਿਲਾਫ ਹੁੰਦੀਆਂ ਵਾ। ਚਲੋ ਆਪਾਂ ਪੜ੍ਹਦੇ ਹਾਂ ਜੀ ਅੱਗੇ। ਇਸ ਥਾਂ ਆਪ ਨੂੰ ਗੁਰੂ ਨਾਨਕ ਦੇਵ ਜੀ ਦਾ ਸ਼ਰਾਧ ਦੇ ਸੰਬੰਧ ਵਿੱਚ ਇੱਕ ਪ੍ਰਸੰਗ ਸੁਣਾਉਣਾ ਯੋਗ ਸਮਝਦੇ ਹਾਂ। ਸਰਬ ਸੌਜ ਕਾਲੂ ਅਨਵਾਈ, ਰੀਤ ਸ਼ਰਾਧ ਕਰਨੇ ਬਨਵਾਈ, ਪੰਡਿਤ ਇੱਕ ਬੁਲਾਇਤ ਹੈ ਕਾਲਾ, ਬੈਠਿਓ ਕਰਨ ਸ਼ਰਾਧ ਵਿਸਾਲਾ, ਤਬ ਚਲ ਸਹਿਜ ਸੁਭਾਇਕ ਆਏ, ਜੇ ਬੇਦੀ ਕੁਲ ਭਾਨ ਸੁਹਾਏ, ਪਰਚੇ ਕੌਣ ਕਾਜ ਮਹਿਤਾਤਾ, ਭੀਰ ਅਜਰ ਕਹੀਏ ਬਿਰਤਾਂਤਾ, ਸੁਨ ਕਰ ਕਾਲੂ ਬਚਨ ਉਚਾਰੇ, ਪਿਤਰਨ ਕੇਰ ਸ਼ਰਾਧ ਹਮਾਰੇ, हे पित सत बचन तुम जानो, पुण्यवान अतिशय निज जानो, पितर गए तुमरे अस ठौरी, भूख प्यास जहाँ नह थोरी, जिनके मन अभिलाखा नाही, करै श्राद्ध संतत क्यों ताही। ਗੁਰੂ ਨਾਨਕ ਪ੍ਰਕਾਸ਼ ਉਤਰਾਦ ਅਧਿਆਇ 6ਵਾਂ। ਇਹ ਚੀਜ਼ ਦਾ ਭਾਵ ਇਹ ਆ ਜੀ, ਇਹ ਸਟੋਰੀ ਜਿਹੜੀ ਹੈ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ। ਅੱਜ ਕੱਲ੍ਹ ਤਾਂ ਲੋਕਾਂ ਨੇ ਗੁਰੂ ਨਾਨਕ ਪ੍ਰਕਾਸ਼ ਤੇ ਵੀ ਕਾਫੀ ਰੌਲਾ ਪਾ ਲਿਆ ਨਾ ਕਿ ਇਹ ਵੀ ਨਹੀਂ ਹੋਣੀ ਚਾਹੀਦੀ, ਉਹ ਵੀ ਨਹੀਂ ਪੜ੍ਹਨੇ ਚਾਹੀਦੇ ਸਾਨੂੰ ਗ੍ਰੰਥ। ਮਤਲਬ ਸਾਰੇ ਗ੍ਰੰਥ ਜਿਹੜੇ ਇਹਨਾਂ ਨੇ ਸਾਈਡ 'ਤੇ ਕਰ ਦੇਣੇ ਆ, ਫਿਰ ਗੁਰਬਾਣੀ ਦੇ ਅਰਥ ਆਪਣੀ ਮਰਜ਼ੀ ਨਾਲ ਕਰਨੇ ਸ਼ੁਰੂ ਕਰ ਦੇਣੇ ਆ। ਇਹ ਸਟੋਰੀ ਜਿਹੜੀ ਹੈ ਜੀ ਅਧਿਆਇ 6ਵੇਂ ਦੇ ਵਿੱਚ ਆ। ਉਤਰਾਰਧ ਭਾਗ ਜਿਹੜਾ 2 ਭਾਗਾਂ 'ਚ ਗੁਰੂ ਨਾਨਕ ਪ੍ਰਕਾਸ਼ ਜਿਹਨਾਂ ਨੇ ਪੜ੍ਹਿਆ ਉਹਨਾਂ ਨੂੰ ਪਤਾ ਹੋਊਗਾ। ਇੱਕ ਪਹਿਲਾ ਪਾਰਟ ਆ ਤੇ ਇੱਕ ਦੂਜਾ ਪਾਰਟ ਆ। ਜਿਹੜਾ ਦੂਜਾ ਪਾਰਟ ਆ ਉਹਦੇ ਅਧਿਆਇ 6ਵੇਂ ਦੇ ਵਿੱਚ ਪ੍ਰਸੰਗ ਆ। ਹੁੰਦਾ ਕੀ ਆ, ਮਹਿਤਾ ਕਾਲੂ ਜੀ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਆ, ਉਹ ਸ਼ਰਾਧ ਕਰਨ ਲੱਗਦੇ ਆ ਤੇ ਉੱਥੇ ਗੁਰੂ ਨਾਨਕ ਦੇਵ ਜੀ ਅਚਨਚੇਤ ਆ ਜਾਂਦੇ ਆ ਤੇ ਪੁੱਛਦੇ ਆ ਕਿ ਪਿਤਾ ਜੀ ਆਪਾਂ ਇਹ ਕੀ ਕਰਦੇ ਪਏ ਆ। ਤੇ ਉਹ ਦੱਸਦੇ ਆ ਭਾਈ ਕਿ ਇਹ ਰੀਤੀ ਆ ਜਿਹੜੀ ਸ਼ਰਾਧਾਂ ਦੀ, ਆਪਾਂ ਇਹ ਕਰਦੇ ਪਏ ਆ ਆਪਣੇ ਪਿਤਰਾਂ ਲਈ। ਫਿਰ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਸਮਝਾਉਂਦੇ ਆ ਕਿ ਭਾਈ ਇਹ ਕੰਮ ਕਰਨ ਦੀ ਕੋਈ ਲੋੜ ਨਹੀਂ ਗੀ, ਜਿੱਥੇ ਪਿੱਤਰ ਆ ਨਾ ਉੱਥੇ ਕੋਈ ਭੁੱਖ ਨਹੀਂ ਹੈਗੀ ਕਿ ਤੁਸੀਂ ਜਿਹੜੇ ਬ੍ਰਾਹਮਣਾਂ ਨੂੰ ਖਵਾਈ ਜਾਓਗੇ ਭੋਜਨ ਤੇ ਉਹਨਾਂ ਤੱਕ ਪਹੁੰਚਦੇ ਜਾਣਗੇ। ਜਦੋਂ ਕਾਫੀ ਚਰਚਾ ਹੋ ਜਾਂਦੀ ਹੈ ਫਿਰ ਕਲਿਆਣ ਚੰਦ ਜੀ ਕਹਿੰਦੇ ਆ ਕਿ ਮੈਂ ਤਾਂ ਮੰਨਾਂਗਾ ਜੇ ਮੈਂ ਅੱਖਾਂ ਨਾਲ ਦੇਖ ਸਕਾਂ ਇਹ ਚੀਜ਼ਾਂ ਕਿ ਭਾਈ ਉਹ ਸਹੀ ਸਲਾਮਤ ਆ। ਫਿਰ ਗੁਰੂ ਨਾਨਕ ਦੇਵ ਜੀ ਆਪ ਰੱਬ ਸੀਗੇ, ਉਹਨਾਂ ਨੇ ਸ਼ਕਤੀ ਨਾਲ ਉਹਨਾਂ ਨੂੰ ਦਿਖਾਇਆ। ਬਾਬਾ ਕਲਿਆਣ ਚੰਦ ਜੀ ਫਿਰ ਗਏ ਸਰੀਰ ਛੱਡ ਕੇ, ਕਹਿ ਲਓ, ਉਹ ਉੱਪਰ ਗਏ, ਦੇਖਿਆ ਹਾਂ ਭਾਈ ਸਹੀ ਆ ਸਾਰਾ ਕੁਛ, ਉਹਨਾਂ ਨਾਲ ਗੱਲਾਂ ਵੀ ਕੀਤੀਆਂ, ਫਿਰ ਵਾਪਸ ਆਏ। ਹੁਣ ਤੁਸੀਂ ਖੁਦ ਦੇਖੋ
ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਲਿਖਿਆ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਨੂੰ ਸ਼ਰਾਧ ਕਰਨ ਤੋਂ ਹਟਾਇਆ, ਤੇ ਦੂਜੇ ਪਾਸੇ ਇਹ ਲਿਖਿਆ ਕਿ ਗੁਰੂ ਨਾਨਕ ਦੇਵ ਜੀ ਨੇ ਖੁਦ ਸ਼ਰਾਧ ਕੀਤਾ। ਇਹ ਹੋ ਸਕਦਾ? ਨਾਲੇ ਜਦੋਂ ਗੁਰਬਾਣੀ ਕਹਿ ਰਹੀ ਆ ਕਿ ਸ਼ਰਾਧਾਂ ਦਾ ਕਰਨ ਦਾ ਕੋਈ ਫਾਇਦਾ ਨਹੀਂ ਗਾ, ਕਿ ਪੱਤਲ ਕਿਰਿਆ ਦੀਵਾ ਕੀ ਆ, ਹਾਲਾਂਕਿ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ, ਪਰ ਅੱਗੇ ਭਾਈ ਕਾਹਨ ਸਿੰਘ ਨਾਭਾ ਸ਼ਾਇਦ ਫਿਰ ਤੋਂ ਐਕਸਪਲੇਨ ਕਰਨਗੇ। ਜਦੋਂ ਗੁਰਬਾਣੀ ਕਹਿ ਰਹੀ ਹੈ ਕਿ ਇਹ ਚੀਜ਼ ਨਹੀਂ ਕਰਨੀ, ਫਿਰ ਗੁਰੂ ਸਾਹਿਬ ਕਿਵੇਂ ਕਰ ਸਕਦੇ? ਸੋ ਇਹ ਕਿਤਾਬਾਂ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਪੜ੍ਹਨਾ ਪੈਂਦਾ ਵਾ, ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਵਾ ਉਹ ਕਲੀਅਰ ਹੋ ਜਾਂਦੀਆਂ। ਖੈਰ, ਪੜ੍ਹਦੇ ਹਾਂ ਅੱਗੇ ਜੀ। ਇਸ ਤੋਂ ਆਪ ਦੇਖ ਸਕਦੇ ਹੋ ਕਿ ਸਤਿਗੁਰੂ ਆਪਣੇ ਪਿਤਾ ਨੂੰ ਸ਼ਰਾਧ ਬਾਬਤ ਐਸਾ ਉਪਦੇਸ਼ ਦਿੰਦੇ ਹਨ ਕਿ ਉਹ ਪਿਤਾ ਦਾ ਸ਼ਰਾਧ ਕਰਨ ਬੈਠੇ। ਦੂਜੀ ਸ਼ੰਕਾ ਜੋ ਆਪਨੇ ਸੱਦ ਬਾਬਤ ਕਹੀ ਹੈ, ਸੋ ਉਸ ਦਾ ਉੱਤਰ ਇਹ ਹੈ ਕਿ ਆਪ ਸੱਦ ਪਰਮਾਰਥ ਪੜ੍ਹੋ, ਉਸ ਤੋਂ ਸਾਰਾ ਭਰਮ ਦੂਰ ਹੋ ਜਾਊਗਾ। ਪਰ ਇੱਥੇ ਵੀ ਅਸੀਂ ਆਪ ਨੂੰ ਸੰਖੇਪ ਨਾਲ ਉੱਤਰ ਦਿੰਦੇ ਹਾਂ। ਗੁਰੂ ਅਮਰਦਾਸ ਸਾਹਿਬ ਨੇ ਕਿਸੇ ਖਾਸ ਕੇਸ਼ਵ ਪੰਡਿਤ ਦੇ ਬੁਲਾਉਣ ਦੀ ਆਗਿਆ ਨਹੀਂ ਦਿੱਤੀ। ਇਹ ਪਦ ਗੁਰੂ ਨਾਨਕ ਸਾਹਿਬ ਦੇ ਕਥਨ ਕੀਤੇ ਹੋਏ ਸ਼ਬਦ ਦੀ ਹੀ ਵਿਆਖਿਆ ਔਰ ਉਸ ਦੇ ਅਨੁਸਾਰ ਹੈ। ਯਥਾ ਪਿੰਡ ਪਤਲ ਮੇਰੀ ਕੇਸੋ ਕਿਰਿਆ, ਸੱਚ ਨਾਮ ਕਰਤਾਰ। ਆਸਾ ਮਹੱਲਾ ਪਹਿਲਾ, ਅੰਗ 358। ਦੋਹਾਂ ਸਥਾਨਾਂ ਵਿੱਚ ਕੇਸ਼ਵ ਪਦ ਪਰਮਾਤਮਾ ਦਾ ਬੋਧਕ ਹੈ। ਸੱਦ ਦਾ ਅਰਥ ਇਸ ਤਰ੍ਹਾਂ ਹੈ। ਅੰਤ ਸਮੇਂ ਗੁਰੂ ਸਾਹਿਬ ਨੇ ਹੁਕਮ ਦਿੱਤਾ ਕਿ ਮੇਰੇ ਚਲਾਣੇ ਪਰ ਨਿਰਵਾਣ, ਨਿਤ ਇੱਕ ਰਸ ਅਚਲ, ਕਰਤੇ ਦਾ ਕੀਰਤਨ ਕਰਨਾ। ਭਾਵ ਇਹ ਹੈ ਕਿ ਦੇਹਧਾਰੀ ਦੇਵਤਿਆਂ ਤੇ ਇੱਕ ਲਿਖ ਕੇ ਥੱਲੇ ਲਿਖਿਆ ਜੀ, ਗਰੁੜ ਆਦਿਕ ਪੁਰਾਣਾਂ ਵਿੱਚ ਕੇਵਲ ਦੇਵਤੇ ਔਰ ਯਮਪੁਰੀ ਆਦਿਕ ਦਾ ਵਰਣਨ ਹੈ। ਦੇਹਧਾਰੀ ਦੇਵਤਿਆਂ ਦੇ ਕਹਾਣੀਆਂ, ਕਿੱਸੇ ਔਰ ਗਰੁੜ ਪੁਰਾਣ ਦੇ ਪੈਦਾਇਕ ਪ੍ਰਸੰਗ ਨਾ ਸੁਣਨੇ ਸੁਣਾਉਣੇ, ਔਰ ਮੇਰੇ ਵਾਸਤੇ ਪਰਮਾਤਮਾ ਦਾ ਆਰਾਧਨ ਹੀ ਪੰਡਿਤ ਬੁਲਾਉਣਾ। ਭਾਵ ਇਹ ਕਿ ਬਜਾਏ ਕਿਸੇ ਪੰਡਿਤ ਬੁਲਾਉਣ ਦੇ ਸ੍ਰਿਸ਼ਟੀ ਪਾਲਕ ਗੋਪਾਲ ਦਾ ਕੀਰਤਨ ਕਰਾਣਾ ਔਰ ਹਰ ਕਥਾ ਹੀ ਮੇਰੇ ਵਾਸਤੇ ਪੁਰਾਣ ਪੜ੍ਹਨਾ। ਵਾਹਿਗੁਰੂ ਦੀ ਕਥਾ ਹੀ ਪੜ੍ਹਨੀ ਸੁਣਨੀ ਤੇ ਦੋ ਲਿਖੇ ਥੱਲੇ ਲਿਖਿਆ ਜੀ, ਹਾ ਹੈ ਹਰ ਕਥਾ ਬੁਝ ਤੂ ਮੂੜੇ, ਤਾਂ ਸਦਾ ਸੁਖ ਹੋਈ। ਮਨਮੁਖ ਪੜ੍ਹੈ ਤੇਤਾ ਦੁਖ ਲਾਗੈ, ਵਿਣ ਸਤਿਗੁਰੂ ਮੁਕਤ ਨਾ ਹੋਈ। ਆਸਾ ਮਹੱਲਾ ਤੀਜਾ, ਪੱਟੀ। ਅੰਗ 435। ਹਰ ਕਥਾ ਸੁਣੈ ਸੇ ਧਨਵੰਤ, ਦਿਸੈ ਜੁਗ ਮਾਹੀ। ਤਿਨ ਕੋ ਸਭ ਨਿਭੈ, ਅੰਦਿਨ ਪੂਜ ਕਰਾਹੀ। ਗੌੜੀ ਮਹੱਲਾ ਤੀਜਾ, ਅੰਗ 231। ਉੱਪਰ ਲਿਖਦੇ ਆ ਜੀ, ਵਾਹਿਗੁਰੂ ਦੀ ਕਥਾ ਹੀ ਪੜ੍ਹਨੀ ਸੁਣਨੀ ਔਰ ਮੈਨੂੰ ਗੁਰੂ ਨੂੰ ਬਿਬਾਨ ਕੱਢਣਾ, ਪਿੰਡ ਪਤਲ ਕਿਰਿਆ ਦੀਵਾ ਕਰਨਾ ਔਰ ਗੰਗਾ ਵਿੱਚ ਅਸਥੀਆਂ ਦਾ ਪ੍ਰਵਾਉਣਾ, ਇਹਨਾਂ ਸਭ ਕਰਮਾਂ ਦੀ ਥਾਂ ਵਾਹਿਗੁਰੂ ਦਾ ਪ੍ਰੇਮ ਹਰ ਰੰਗ ਹੀ ਭਾਉਂਦਾ ਹੈ। ਭਾਵ ਇਹ ਹੈ ਕਿ ਪਰਮਾਤਮਾ ਦਾ ਪ੍ਰੇਮ ਹੀ ਪ੍ਰਾਣੀ ਦੀ ਸਦਗਤੀ ਕਰਨ ਦਾ ਸਾਧਨ ਹੈ। ਬਾਕੀ ਹੋਰ ਪਾਖੰਡ ਕਰਮ ਕੇਵਲ ਇੰਦਰਜਾਲ ਹੈ। ਜੇ ਇਸ ਸੱਦ ਦੇ ਪਦ ਦਾ ਅਰਥ ਹਿੰਦੂਆਂ ਦੀ ਇੱਛਾ ਅਨੁਸਾਰ ਮੰਨ ਲਈਏ ਤਾਂ ਇਹ ਸ਼ੰਕਾ ਹੁੰਦੀਆਂ ਹਨ। ਊੜਾ। ਗੁਰੂ ਅਮਰਦਾਸ ਸਾਹਿਬ ਆਪਣੀ ਪਵਿੱਤਰ ਬਾਣੀ ਵਿੱਚ ਕਥਨ ਕਰਦੇ ਹਨ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਰਾਮਕਲੀ ਮਹੱਲਾ ਤੀਜਾ, ਆਨੰਦ, ਅੰਗ 920। ਔਰ ਇਸੇ ਸੱਦ ਵਿੱਚ ਲਿਖਿਆ ਹੈ, ਅਵਰੋ ਨਾ ਜਾਣ ਹੈ ਸ਼ਬਦ ਗੁਰ ਕੈ, ਏਕ ਨਾਮ ਧਿਆਵਹਿ। ਰਾਮਕਲੀ ਸੱਦ, ਅੰਗ 923। ਫਿਰ ਕਿਸ ਤਰ੍ਹਾਂ ਕਿਸੇ ਪੁਰਾਣ ਦੇ ਪੜ੍ਹਨ ਦੀ ਜੋ ਗੁਰਬਾਣੀ ਨਹੀਂ ਗੁਰੂ ਸਾਹਿਬ ਆਗਿਆ ਦਿੰਦੇ। ਐੜਾ। ਦੇਹ ਅਭਿਮਾਨੀ ਪੰਡਿਤਾਂ ਔਰ ਭਰਮ ਰੂਪ ਕਰਮਾਂ ਬਾਬਤ ਗੁਰੂ ਅਮਰਦਾਸ ਜੀ ਦੀ ਇਹ ਰਾਏ ਹੈ। ਪੰਡਿਤ ਪੜ੍ਹ ਉੱਚਾ ਕੂਕਦਾ, ਮਾਇਆ ਮੋਹਿ ਪਿਆਰ, ਅੰਤਰ ਬ੍ਰਹਮ ਨ ਚੀਨਈ, ਮਨ ਮੂਰਖ ਗਾਵਾਰ। ਦੂਜੈ ਭਾਏ ਜਗਤ ਪ੍ਰਬੋਧ ਦਾ, ਨਾ ਬੂਝੈ ਵਿਚਾਰ, ਬਿਰਥਾ ਜਨਮ ਗਵਾਇਆ, ਮਰ ਜੰਮੈ ਵਾਰੋ ਵਾਰ। ਵਾਰ ਸ੍ਰੀ ਰਾਗ ਮਹੱਲਾ ਤੀਜਾ, ਅੰਗ 86। ਮਨਮੁਖ ਪੜ੍ਹੈ ਪੰਡਿਤ ਕਹਾਵਹਿ, ਦੂਜੈ ਭਾਏ ਮਹਾ ਦੁਖ ਪਾਵਹਿ। ਮਾਝ ਮਹੱਲਾ ਤੀਜਾ, ਅੰਗ 128। ਮਾਇਆ ਕਾ ਮੁਹਤਾਜ ਪੰਡਿਤ ਕਹਾਵੈ, ਬਿਖਿਆ ਰਾਤਾ ਬਹੁਤ ਦੁਖ ਪਾਵੈ। ਜਮਕਾ ਗਲ ਜੇਵੜਾ, ਨਿਤ ਕਾਲ ਸੰਤਾਵੈ, ਗੁਰਮੁਖ ਜਮਕਾਲ ਨੇੜ ਨ ਆਵੈ। ਗੌੜੀ ਮਹੱਲਾ ਤੀਜਾ, ਅੰਗ 231। ਪੰਡਿਤ ਪੜ੍ਹੈ ਪੜਵਾਦ ਵਖਾਣਹਿ, ਤਿੰਨਾ ਬੂਝ ਨ ਪਾਈ। ਬਿਖਿਆ ਮਾਤੇ ਭਰਮ ਭੁਲਾਏ, ਉਪਦੇਸ਼ ਕਰਹਿ ਕਿਸ ਭਾਈ। ਰਾਮਕਲੀ ਮਹੱਲਾ ਤੀਜਾ, ਅੰਗ 909। ਨਾਨਕ ਨਾਮ ਨ ਚੇਤਨੀ, ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ। ਜਮਦਰ ਬੱਧੇ ਮਾਰੀਐ, ਫਿਰ ਵਿਸਟਾ ਮਾਹੇ ਪਚਾਹੇ। ਮਹੱਲਾ ਤੀਜਾ। ਨਾਨਕ ਸਤਿਗੁਰ ਸੇਵਹਿ ਆਪਣਾ, ਸੇ ਜਨ ਸੱਚੇ ਪਰਵਾਨ। ਹਰਿ ਕੈ ਨਾਏ ਸਮਾਏ ਰਹੇ,
ਚੂਕਾ ਆਵਣ ਜਾਣ। ਵਾਰ ਸੋਰਠ ਮਹੱਲਾ ਤੀਜਾ, ਅੰਗ 648। ਕਲਯੁਗ ਮਹਿ ਬਹੁ ਕਰਮ ਕਮਾਹਿ, ਨਾ ਰੁਤ ਨਾ ਕਰਮ ਥਾਏ ਪਾਹਿ। ਭੈਰੋ ਮਹੱਲਾ ਤੀਜਾ, ਅੰਗ 1229। ਜਿਨੀ ਨਾਮ ਵਿਸਾਰਿਆ, ਬਹੁ ਕਰਮ ਕਮਾਵਹਿ ਹੋਰ। ਨਾਨਕ ਜੰਪੁਰ ਬੱਧੇ ਮਾਰੀਐ, ਜਿਉ ਸੰਨੀ ਉਪਰ ਚੋਰ। ਵਾਰ ਸਾਰੰਗ ਮਹੱਲਾ ਤੀਜਾ, ਅੰਗ 1247। ਇਹਨਾਂ ਬਚਨਾਂ ਦੇ ਉਚਾਰਨ ਵਾਲੇ ਗੁਰੂ ਅਮਰਦਾਸ ਜੀ ਕਿਸ ਤਰ੍ਹਾਂ ਕਿਸੇ ਜਾਤੀ ਅਭਿਮਾਨੀ ਪੰਡਿਤ ਨੂੰ ਬੁਲਾਉਣ ਲਈ ਹੁਕਮ ਦਿੰਦੇ। ਈੜੀ ਸੱਦ ਵਿੱਚ ਲਿਖਿਆ ਹੈ, ਹਰ ਭਾਣਾ ਗੁਰ ਭਾਇਆ, ਗੁਰ ਜਾਵੈ ਹਰ ਪ੍ਰਭ ਪਾਸ ਜੀਓ। ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਧਨ ਧਨ ਕਹਿ ਸਾਬਾਸ ਜੀਓ। ਰਾਮਕਲੀ ਸੱਦ, ਅੰਗ 923। ਕਿਆ ਹਰ ਪ੍ਰਭੂ ਪਾਸ ਹਨੇਰਾ ਰਹਿੰਦਾ ਹੈ ਜਿੱਥੇ ਦੀਵੇ ਦੀ ਲੋੜ ਪਈ, ਔਰ ਕਿਆ ਉੱਥੇ ਲੰਗਰ ਵੀ ਮਸਤ ਹੈ ਜੋ ਜੌਂ ਦੇ ਆਟੇ ਦੇ ਪਿੰਨਾਂ ਪਰ ਗੁਜ਼ਾਰਾ ਕਰਨ ਦੀ ਜ਼ਰੂਰਤ ਮਾਲੂਮ ਹੋਈ। ਜੇ ਕੋਈ ਇਹ ਆਖੇ ਕਿ ਮਹਾਤਮਾ ਲੋਕ ਸੰਸਾਰ ਦੀ ਮਰਿਆਦਾ ਕਾਇਮ ਰੱਖਣ ਵਾਸਤੇ ਕਰਮ ਕਰਦੇ ਹਨ, ਤਾਂ ਇਹ ਗੱਲ ਵੀ ਇੱਥੇ ਨਹੀਂ ਬਣਦੀ, ਕਿਉਂਕਿ ਗੁਰੂ ਨਾਨਕ ਦੇਵ ਦੇ ਸਿੰਘਾਸਣ ਪਰ ਵਿਰਾਜਣ ਵਾਲੇ ਉਸੀ ਸਤਿਗੁਰੂ ਦੀ ਜੋਤ ਗੁਰੂ ਅਮਰਦਾਸ ਜੀ ਗੁਰਸਿੱਖੀ ਦੀ ਮਰਿਆਦਾ ਪ੍ਰਚਲਿਤ ਕਰਨ ਵਾਲੇ ਸਨ, ਨਾ ਕਿ ਪਾਖੰਡ ਜਾਲ ਨੂੰ ਆਪਣੇ ਮਤ ਵਿੱਚ ਤਰੱਕੀ ਦੇਣ ਵਾਲੇ ਸਨ। ਇਸ ਦੇ ਸਬੂਤ ਲਈ ਦੇਖੋ ਉਹ ਪ੍ਰਸੰਗ ਜੋ ਅਸੀਂ ਪਿੱਛੇ ਲਿਖ ਆਏ ਹਾਂ। ਹਿੰਦੂ ਰੀਤੀਆਂ ਦੂਰ ਕਰਕੇ ਗੁਰੂ ਅਮਰਦਾਸ ਸਾਹਿਬ ਪਰ ਬਾਦਸ਼ਾਹ ਅਕਬਰ ਪਾਸ ਹਿੰਦੂ ਫਰਿਆਦੀ ਗਏ ਸਨ, ਔਰ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਪਰ ਹਿੰਦੂ ਰੀਤੀ ਨਹੀਂ ਹੋਈ। ਇਸ ਦਾ ਪ੍ਰਤੱਖ ਸਬੂਤ ਹੁਣ ਦੇਖ ਲਓ ਕਿ ਭੱਲੇ ਸਾਹਿਬਜ਼ਾਦੇ ਪ੍ਰਾਣੀ ਦੇ ਮਰਨ ਪਰ ਮ੍ਰਿਤਕ ਕਿਰਿਆ ਦਾ ਮੂਲ ਰੂਪ ਦੀਵਾ ਨਹੀਂ ਕਰਦੇ, ਜਿਸ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਸਾਹਿਬ ਆਪਣੀ ਸੰਤਾਨ ਨੂੰ ਖਾਸ ਹੁਕਮ ਦੇ ਗਏ ਕਿ ਕੋਈ ਹਿੰਦੂ ਰੀਤੀ ਸਾਡੇ ਪਿੱਛੋਂ ਨਹੀਂ ਕਰਨੀ, ਜਿਹਾ ਕਿ ਸਦ ਤੋਂ ਬਤ ਹੈ। ਸੱਸਾ ਜੋ ਇਹ ਸਿੱਧ ਕਰਦੇ ਹਨ ਕਿ ਗੁਰੂ ਅਮਰਦਾਸ ਜੀ ਨੇ ਗਰੁੜ ਪੁਰਾਣ ਸੁਣਨੇ ਔਰ ਪ੍ਰੇਤ ਕਿਰਿਆ ਕਰਨ ਦੀ ਆਗਿਆ ਦਿੱਤੀ ਹੈ, ਕਿਆ ਉਹ ਦੂਜੇ ਢੰਗ ਨਾਲ ਇਹ ਸਾਬਤ ਨਹੀਂ ਕਰਦੇ ਕਿ ਗੁਰੂ ਸਾਹਿਬ ਕਹਿੰਦੇ ਕੁਝ ਸਨ ਤੇ ਕਮਾਉਂਦੇ ਕੁਝ ਹੋਰ ਸਨ, ਔਰ ਗੁਰੂ ਜੀ ਪ੍ਰੇਤ ਬਣ ਕੇ ਧਰਮਰਾਜ ਦੀ ਪੁਰੀ ਜਮਦੂਤਾਂ ਦੇ ਬੱਧੇ ਹੋਏ ਗਏ? ਕਿਉਂਕਿ ਪਿੰਡ ਪੱਤਲ ਕਿਰਿਆ ਦੀਵਾ ਆਦਿਕ ਸਾਮਾਨ ਦਾ ਬ੍ਰਾਹਮਣਾਂ ਦੀ ਮਾਰਫਤ ਯਮ ਮਾਰਗ ਵਿੱਚ ਹੀ ਪਹੁੰਚਣਾ ਦੱਸਿਆ ਗਿਆ ਹੈ। ਸੱਚਖੰਡ ਦੀ ਏਜੰਸੀ ਇਹਨਾਂ ਦੇ ਸਬੁਰਦ ਨਹੀਂ। ਔਰ ਸਤਿਗੁਰਾਂ ਦੇ ਤੀਰਥਾਂ ਪਰ ਜਾਣ ਬਾਬਤ ਜੋ ਆਪ ਨੇ ਪ੍ਰੇਸ਼ਨ ਕੀਤਾ ਹੈ, ਉਸ ਦਾ ਇਹ ਉੱਤਰ ਹੈ ਕਿ ਸਤਿਗੁਰੂ ਤੀਰਥਾਂ ਤੋਂ ਗਤੀ ਹਾਸਲ ਕਰਨ ਨਹੀਂ ਗਏ, ਉੱਥੇ ਜਾ ਕੇ ਅਗਿਆਨੀਆਂ ਦੇ ਭਰਮ ਦੂਰ ਕੀਤੇ ਹਨ। ਉਹ ਸੰਸਾਰ ਦੇ ਸੱਚੇ ਹਿਤੂ ਇਸੇ ਯਤਨ ਵਿੱਚ ਲੱਗੇ ਹੋਏ ਸਨ ਕਿ ਕਿਸੇ ਤਰ੍ਹਾਂ ਲੋਕਾਂ ਦਾ ਅਗਿਆਨ ਦੂਰ ਹੋਵੇ, ਜਿਹਾ ਕਿ ਭਾਈ ਗੁਰਦਾਸ ਜੀ ਕਥਨ ਕਰਦੇ ਹਨ। ਬਾਬਾ ਆਇਆ ਤੀਰਥ ਹੈ, ਤੀਰਥ ਪੁਰਬ ਸਭੇ ਫਿਰ ਦੇਖੈ। ਪੂਰਬ ਧਰਮ ਬਹੁ ਕਰਮ ਕਰ, ਭਾਉ ਭਗਤ ਬਿਨ ਕਿਤੇ ਨ ਲਿਖੈ। ਭਾਈ ਗੁਰਦਾਸ ਵਾਰ ਪਹਿਲੀ। ਔਰ ਜਲਤੀ ਸਭ ਪ੍ਰਿਥਵੀ ਦਿਸ ਆਈ, ਚੜਿਆ ਸੋਧਣ ਧਰਤ ਲੁਕਾਈ। ਭਾਈ ਗੁਰਦਾਸ ਵਾਰ ਪਹਿਲੀ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਤੀਰਥਾਂ ਪਰ ਜਾਣ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਲਿਖਿਆ ਹੈ, ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਕ ਉਦਰਣ ਅਰਥਾ। ਤੁਖਾਰੀ ਮਹੱਲਾ ਚੌਥਾ, अंग 1116। और आप इस पर भी विचार करो कि तीर्थां पर जाके सतगुरां ने की कर्म कीता, कि उत्थे हिंदू रीति अनुसार पूजन विधि कीती ਜਾਂ ਆਪਣਾ ਪਵਿੱਤਰ ਉਪਦੇਸ਼ ਦੇ ਕੇ ਯਾਤਰੀਆਂ ਦੇ ਭਰਮ ਕੱਢਣ ਦਾ ਉਪਾਅ ਕੀਤਾ। ਦੇਖੋ, ਗੰਗਾ ਉੱਪਰ ਗੁਰੂ ਸਾਹਿਬ ਹਿੰਦੂਆਂ ਨੂੰ ਪੂਰਬ ਦੀ ਤਰਫ ਸੂਰਜ ਔਰ ਪਿੱਤਰਾਂ ਨੂੰ ਪਾਣੀ ਦਿੰਦੇ ਦੇਖ ਕੇ ਪੱਛਮ ਵੱਲ ਪਾਣੀ ਦੇਣ ਲੱਗੇ। ਪੁੱਛਣ ਤੇ ਉੱਤਰ ਦਿੱਤਾ ਕਿ ਮੈਂ ਆਪਣੀ ਖੇਤੀ ਨੂੰ ਪਾਣੀ ਦਿੰਦਾ ਹਾਂ। ਜਦੋਂ ਹਿੰਦੂਆਂ ਨੇ ਆਖਿਆ ਕਿ ਇਤਨੀ ਦੂਰ ਆਪਦੇ ਖੇਤਾਂ ਨੂੰ ਪਾਣੀ ਕਿਸ ਤਰ੍ਹਾਂ ਪਹੁੰਚੇਗਾ, ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਤੁਹਾਡਾ ਪਾਣੀ ਸੂਰਜ ਔਰ ਪਿੱਤਰਾਂ ਨੂੰ ਆਕਾਸ਼ ਵਿੱਚ ਕਿਸ ਤਰ੍ਹਾਂ ਬਹੁਤ ਦੂਰ ਪਹੁੰਚੇਗਾ। ਔਰ ਕੁਰੂਕਸ਼ੇਤਰ ਪਰ ਗ੍ਰਹਿਣ ਵਿੱਚ ਪ੍ਰਸ਼ਾਦ ਪਕਾਉਣ ਲੱਗ ਗਏ, ਜਿਸ ਤੋਂ ਗ੍ਰਹਿਣ ਵਿੱਚ ਖਾਣ ਪੀਣ ਦਾ ਭਰਮ ਹਟਾਇਆ। ਜਗਨਨਾਥ ਜਾ ਕੇ ਆਰਤੀ ਵੇਲੇ ਖੜੇ ਨਹੀਂ ਹੋਏ ਔਰ ਦੀਵਿਆਂ ਦੀ ਆਰਤੀ ਦਾ ਖੰਡਨ ਕਰਕੇ ਸੱਚੀ ਆਰਤੀ ਦਾ ਉਪਦੇਸ਼ ਦਿੱਤਾ। ਮੱਕੇ ਪਹੁੰਚ ਕੇ ਕਾਬੇ ਦੀ ਤਰਫ ਪੈਰ ਕਰਕੇ ਸੌਂ ਗਏ। ਮੁਜਾਵਰਾਂ ਦੇ ਇਤਰਾਜ਼ ਪਰ ਉੱਤਰ ਦਿੱਤਾ ਕਿ ਜਿਸ ਪਾਸੇ ਤੁਹਾਨੂੰ ਖੁਦਾ ਦਾ ਘਰ ਨਜ਼ਰ ਨਹੀਂ ਆਉਂਦਾ, ਉਸ ਪਾਸੇ ਮੇਰੇ ਪੈਰ ਕਰ ਦਿਓ, ਔਰ ਮੈਂ ਕੋਈ ਐਸੀ ਦਿਸ਼ਾ ਨਹੀਂ ਦੇਖਦਾ ਜਿੱਧਰ ਮੇਰੇ ਮਾਲਕ ਦਾ ਘਰ ਨਹੀਂ। ਇਸ ਤੋਂ ਕਰਤਾਰ ਨੂੰ ਇੱਕ ਦੇਸ਼ੀ ਮੰਨਣਾ ਔਰ ਇੱਕ ਤਰਫੀ ਮੂੰਹ ਕਰਕੇ ਨਮਾਜ਼ ਪੜ੍ਹਨੀ ਅਗਿਆਨ ਦੱਸਿਆ। ਇਤਿਆਦਿਕ ਹੋਰ ਪ੍ਰਸੰਗ ਬਹੁਤ ਹਨ,
ਭਾਵ ਸਭ ਦਾ ਇਹ ਹੈ ਕਿ ਗੁਰੂ ਸਾਹਿਬ ਦੇਸ਼ ਦੇਸ਼ਾਂਤਰ ਦੇ ਤੀਰਥਾਂ ਪਰ ਜਗਤ ਦੇ ਸੁਧਾਰ ਵਾਸਤੇ ਵਿਚਰੇ ਹਨ। ਇਹ ਜੀ ਪੂਰਾ ਹੋ ਗਿਆ ਆਪਣਾ ਚੈਪਟਰ। ਅਗਲਾ ਚੈਪਟਰ ਜਿਹੜਾ ਹੈਗਾ ਉਹ ਹੈਗਾ ਮੰਤਰ, ਯੰਤਰ ਤੇ ਗ੍ਰਹਿ। ਇੱਥੇ ਆਪਾਂ ਪੌਸ ਲਾਉਣੇ ਆ ਜੀ। ਅੱਜ ਦਾ ਜਿਹੜਾ ਅਗਲਾ ਚੈਪਟਰ ਉਹ ਆਪਾਂ ਅਗਲੇ ਪਾਠ ਵਿੱਚ ਪੜਾਂਗੇ। ਇਹ ਜਿਹੜੀਆਂ ਕਿਤਾਬਾਂ ਨਾ ਜੀ ਭਾਈ ਕਾਹਨ ਸਿੰਘ ਨਾਭਾ ਹੋਣਾ ਦੀਆਂ, ਇਹ ਸਾਰੀਆਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ। ਇਹ 'ਚ ਬਹੁਤ ਸਾਰੇ ਤੁਹਾਨੂੰ ਉੱਤਰ ਮਿਲ ਜਾਣਗੇ। ਹੋਰ ਜਿੰਨੀਆਂ ਵੀ ਕਿਤਾਬਾਂ ਹੁੰਦੀਆਂ ਸਾਰੀਆਂ ਪੜ੍ਹੋ। ਜੇ ਤੁਸੀਂ ਐਂਟੀ ਗੁਰਮਤ ਕਿਤਾਬਾਂ ਵੀ ਪੜ੍ਹਨੀਆਂ ਨਾ, ਉਹ ਵੀ ਪੜ੍ਹੋ, ਕਿਉਂਕਿ ਉਹਨਾਂ ਵਿੱਚੋਂ ਤੁਹਾਡੇ ਪ੍ਰਸ਼ਨ ਉਪਜਣਗੇ। ਅਤੇ ਜਦੋਂ ਤੁਹਾਡੇ ਕੋਲ ਪ੍ਰਸ਼ਨ ਆ ਗਏ, ਉਹਦੇ ਉੱਤਰ ਲੈਣ ਲਈ ਤੁਸੀਂ ਹੋਰ ਕਿਤਾਬਾਂ ਪੜ੍ਹੋਗੇ। ਸੋ ਹਰ ਤਰ੍ਹਾਂ ਦੀ ਕਿਤਾਬ ਪੜ੍ਹਨੀ ਚਾਹੀਦੀ ਹੈ, ਮੈਂ ਇਹ ਮੰਨਦਾ ਹਾਂ। ਕਿਉਂਕਿ ਜਿਹੜੀ ਥੋੜ੍ਹੀ ਨੌਲੇਜ ਆ ਨਾ ਸਿੱਖ ਧਰਮ ਬਾਰੇ, ਸਿੱਖ ਇਤਿਹਾਸ ਬਾਰੇ, ਗੁਰਮਤ ਬਾਰੇ, ਗੁਰਬਾਣੀ ਬਾਰੇ, ਉਹ ਵੱਧਦੀ ਰਹਿੰਦੀ ਹੈ ਇਹਨਾਂ ਨਾਲ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।